ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਇ। ਧੰਨ ਵਾਹਿਗੁਰੂ ਸਾਹਿਬ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਬਾਨ। ਜਿਵੇਂ ਤਿਸ ਭਾਵੈ ਤਿਵੇਂ ਚਲਾਵੈ, ਜਿਵੇਂ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸਰਬ ਮਨੁੱਖਤਾ ਦਾ ਭਲਾ ਚਾਹੁਣ ਵਾਲੀ ਅੰਮ੍ਰਿਤ ਸਰੂਪ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼, ਰਹਿਮਤ, ਕਿਰਪਾ ਕੀਤੀ ਹੈ। ਆਪਾਂ ਸਾਰਿਆਂ ਨੂੰ ਹੀ ਅਕਾਲ ਪੁਰਖ ਜੀ ਨੇ ਇਹ ਉਦਮ ਬਖਸ਼ਿਸ਼ ਕੀਤਾ ਹੈ, ਜਿਸ ਸਦਕਾ ਰਲ ਮਿਲ ਕੇ ਆਪਣੀ ਤੁਸ਼ ਬੁੱਧ ਮੁਤਾਬਕ ਆਪਾਂ ਸਾਰੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਪਾਵਨ ਬਾਣੀ ਜਪ, ਜਿਸ ਦੀ ਲੜੀਵਾਰ ਵਿਚਾਰ ਵਿਆਖਿਆ ਆਪ ਜੀ ਨਿਤਾ ਪ੍ਰਤੀ ਸ਼ਰਵਣ ਕਰਦੇ ਹੋ। ਇਸ ਤੋਂ ਪਹਿਲੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਇਸ ਪਾਵਨ ਬਾਣੀ ਦੀਆਂ 29 ਪੌੜੀਆਂ ਦਾ ਪਾਠ, ਵਿਚਾਰ, ਵਿਆਖਿਆ ਬੜੇ ਸਤਿਕਾਰ ਸਹਿਤ ਸ਼ਰਵਣ ਕੀਤੀ ਹੈ। ਜਿਸ ਪਾਵਨ ਪੌੜੀ ਦਾ ਪਾਠ ਦਾਸ ਨੇ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਇਸ ਪਾਵਨ ਬਾਣੀ ਦੀ ਤਰਤੀਬ ਦੇ ਵਿੱਚ 30 ਨੰਬਰ ਪੌੜੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਤੋਂ ਪਹਿਲੀਆਂ 2 ਪੌੜੀਆਂ, ਜਿਨ੍ਹਾਂ ਦਾ ਸੰਬੰਧ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਚੱਲ ਰਹੇ ਪ੍ਰਕਰਣ ਦੇ ਵਿੱਚ ਜੋਗ ਦੇ ਪਹਿਰਾਵੇ, ਜੋਗ ਦੀਆਂ ਜੁਗਤਾਂ, ਜੋਗ ਦੀ ਵਿਚਾਰਧਾਰਾ ਔਰ ਜੋਗ ਮਤ ਦੇ ਅਕੀਦਿਆਂ ਦੇ ਨਾਲ ਸੰਬੰਧ ਹੈ, ਉਹ ਸੰਕੇਤ ਉਦਾਹਰਨਾਂ ਵਰਤ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਰਿਆਂ ਨੂੰ ਹੀ ਇਹ ਸੇਧ ਬਖਸ਼ਿਸ਼ ਕੀਤੀ ਹੈ ਵੀ ਅਸੀਂ ਕਿਵੇਂ ਸਚਿਆਰੇ ਜੀਵਨ ਦੇ ਰਾਹੀ ਬਣ ਸਕਦੇ ਹਾਂ, ਕਿਵੇਂ ਉਸ ਰਾਹ ਤੇ ਤੁਰ ਸਕਦੇ ਹਾਂ ਜਿਸ ਰਾਹ ਤੇ ਤੁਰਨ ਸਦਕਾ ਸਾਡਾ ਜੀਵਨ ਇੰਨਾ ਲਾਇਕ, ਇੰਨਾ ਯੋਗ ਹੋ ਜਾਏ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸੱਚ ਨਾਲ ਜੁੜ ਸਕੇ, ਅਸੀਂ ਸਚਿਆਰੇ ਹੋ ਸਕੀਏ। ਇਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਜੁਗਤ ਸਤਿਗੁਰੂ ਹਰ ਪੌੜੀ ਦੇ ਵਿੱਚ ਸਤਿਗੁਰੂ ਜੀ ਸਾਨੂੰ ਦੱਸਣ ਦੀ ਕਿਰਪਾਲਤਾ ਕਰ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਜਦੋਂ ਅਸੀਂ ਬੜੇ ਵਿਚਾਰ ਸਹਿਤ ਪੜ੍ਹਨ ਦਾ ਯਤਨ ਕਰਦੇ ਹਾਂ, ਗੁਰੂ ਮਹਾਰਾਜ ਆਪਣੀ ਬਾਣੀ ਦਾ ਆਰੰਭ ਹੀ ਇੱਕ ਤੋਂ ਕਰਦੇ ਹਨ, ਔਰ ਉਹ ਇੱਕ ਹਿੰਦਸਾ ਜਿਹੜਾ ਸਤਿਗੁਰੂ ਜੀ ਨੇ ਅਕਾਲ ਪੁਰਖ ਲਈ, ਉਸ ਸੱਤਾ ਲਈ, ਉਸ ਸਮਰੱਥਾ ਤੇ ਤਾਕਤ ਲਈ ਵਰਤਿਆ, ਜਿਸ ਦੇ ਗੁਣ ਸਤਿਗੁਰੂ ਜੀ ਨੇ ਅੱਗੇ ਜਾ ਕੇ ਬਿਆਨ ਕੀਤੇ ਹਨ। ਉਹ ਸੱਤਾ ਜਿਸ ਨੂੰ ਗੁਰੂ ਨੇ ਅਕਾਲ ਪੁਰਖ ਆਖਿਆ, ਪ੍ਰਭੂ ਆਖਿਆ, ਪਰਮਾਤਮਾ ਆਖਿਆ,
ਜਿਸ ਨੂੰ ਸਤਿਗੁਰੂ ਜੀ ਸ੍ਰਿਸ਼ਟੀ ਦਾ ਕਰਤਾ ਮੰਨਦੇ ਹਨ, ਜਿਸ ਨੂੰ ਸਤਿਗੁਰੂ ਜੀ ਸ੍ਰਿਸ਼ਟੀ ਦਾ ਪਾਲਕ ਮੰਨਦੇ ਹਨ, ਸਿਰਜਣਹਾਰ ਤੇ ਪਾਲਕ ਮੰਨਦੇ ਹਨ, ਔਰ ਜਿਸ ਨੂੰ ਸਾਰੀ ਸ੍ਰਿਸ਼ਟੀ ਦਾ ਨਾਸ਼ ਕਰਨ ਵਾਲਾ ਵੀ ਮੰਨਦੇ ਹਨ। ਜਿਸ ਬਾਬਤ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਆਖਿਆ ਉਸ ਦਾ ਕੋਈ ਰੂਪ ਨਹੀਂ, ਰੰਗ ਨਹੀਂ, ਬਣਾਵਟ ਨਹੀਂ। ਜਿਸ ਬਾਰੇ ਸਤਿਗੁਰੂ ਜੀ ਨੇ ਕਿਹਾ ਉਸ ਅਕਾਲ ਪੁਰਖ ਨੇ ਭਲੇ ਹੀ ਇਹ ਸੰਸਾਰ ਦਾ ਆਰੰਭ ਕੀਤਾ, ਪਰ ਉਹਦਾ ਆਪਣਾ ਕੋਈ ਆਰੰਭ ਨਹੀਂ, ਉਹ ਅਨਾਦਿ ਹੈ। ਜਿਸ ਦਾ ਆਪਣਾ ਰੂਪ ਨਹੀਂ, ਅਰੂਪ ਹੈ। ਜਿਸ ਦਾ ਆਪਣਾ ਆਕਾਰ ਨਹੀਂ, ਉਹ ਨਿਰੰਕਾਰ ਹੈ। ਉਸ ਨੂੰ ਕੋਈ ਪੈਦਾ ਨਹੀਂ ਕਰਦਾ, ਉਹ ਜੰਮਦਾ ਮਰਦਾ ਨਹੀਂ। ਕੁਝ ਐਸੇ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ, ਉਹ ਨਿਰਵੈਰ ਹੈ, ਨਿਰਭਉ ਹੈ, ਅਜੂਨੀ ਹੈ, ਸੈ ਭੰ ਆਪਣੇ ਆਪ ਤੋਂ ਹੀ ਹੈ। ਇਹ ਸਾਰੇ ਸ਼ਬਦਾਂ ਦੇ ਰਾਹੀਂ ਸਤਿਗੁਰੂ ਜੀ ਨੇ ਸਾਡੀ ਸਾਂਝ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਸਦੀਵ ਕਾਲ ਹੋਂਦ ਤੇ ਉਹਦੀ ਸੱਤਾ ਦੇ ਨਾਲ ਬਣਾਉਣ ਦਾ ਯਤਨ ਕੀਤਾ ਹੈ। ਜਦੋਂ ਅਸੀਂ ਸਤਿਗੁਰੂ ਜੀ ਦੇ ਇਸ ਵਿਚਾਰ ਨੂੰ ਸਾਹਮਣੇ ਰੱਖਦੇ ਹਾਂ, ਇੱਕ ਨਹੀਂ ਅਨੇਕਾਂ ਥਾਵਾਂ ਦੇ ਉੱਤੇ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਜਿੱਥੇ ਉਸ ਇੱਕ ਅਕਾਲ ਪੁਰਖ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਸਾਰਿਆਂ ਨੂੰ ਕਿਹਾ ਵੀ ਅਸੀਂ ਸਾਰੇ ਸੰਸਾਰ ਦੇ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਪੈਦਾਇਸ਼ ਹਾਂ। ਬਾਣੀ ਦਾ ਜਿਵੇਂ ਕਿ ਵਿਚਾਰ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਅਸੀਂ ਸਾਰੇ ਸੰਸਾਰ ਦੇ ਮਨੁੱਖ ਜਿਹੜੇ ਆ, ਸਾਡੇ 'ਚ ਇੱਕ ਭਰਾਤਰੀ ਭਾਵ, ਇੱਕ ਭਾਈਚਾਰਕ ਸਾਂਝ ਪੈਦਾ ਹੋ ਸਕੇ। ਸਾਡੇ ਅੰਦਰ ਜਿਹੜੀਆਂ ਮਨੁੱਖੀ ਜੀਵਨ ਦੀਆਂ ਕਮਜ਼ੋਰੀਆਂ ਨੇ ਜਾਂ ਜਿਹੜੀਆਂ ਕਮੀਆਂ ਪੈਦਾ ਹੁੰਦੀਆਂ ਨੇ, ਈਰਖਾ ਹੈ, ਦਵੈਸ਼ ਹੈ, ਨਫ਼ਰਤ ਹੈ, ਭੇਦ ਭਾਵ ਹੈ, ਊਚ ਨੀਚ ਦੇ ਖਿਆਲ ਹਨ, ਜ਼ੁਲਮ, ਧੱਕਾ, ਬੇਇਨਸਾਫੀ, ਇਹ ਸਭ ਜਿਤਨੀਆਂ ਵੀ ਸਾਡੇ ਅੰਦਰ ਰੋਗ ਨੇ, ਉਹ ਚਾਹੇ ਮਨੁੱਖ ਦੇ ਨਿੱਜੀ ਜੀਵਨ 'ਚ ਨੇ, ਚਾਹੇ ਸਾਡੇ ਸਮਾਜ ਵਿੱਚ ਨੇ, ਜਿਨ੍ਹਾਂ ਤੋਂ ਸਦੀਆਂ ਤੋਂ ਲੈ ਕੇ ਮਨੁੱਖ ਦੁੱਖ ਝੇਲਦਾ ਆ ਰਿਹਾ, ਜਿਨ੍ਹਾਂ ਦੀ ਵਜ੍ਹਾ ਕਰਕੇ ਸਮੁੱਚਾ ਜਗਤ ਹੀ ਪਰੇਸ਼ਾਨੀ ਔਰ ਉਲਝਣਾਂ ਤੇ ਦੁੱਖਾਂ ਤਕਲੀਫਾਂ ਦੇ ਵਿੱਚ ਪਿਆ ਰਹਿੰਦਾ। ਜਿਹੜੀ ਅੱਗ ਹਰ ਤਰਫ ਬਲ ਰਹੀ ਹੈ, ਕਿਸੇ ਤਰ੍ਹਾਂ ਇਹ ਬੁਝ ਸਕੇ, ਇਹਨਾਂ ਦੁੱਖਾਂ ਤੋਂ ਮਨੁੱਖ ਦਾ ਨਿੱਜੀ ਔਰ ਸਾਂਝੀ ਤੌਰ ਉੱਤੇ ਜੀਵਨ ਜਿਹੜਾ ਹੈ ਉੱਭਰ ਸਕੇ, ਮੁਕਤ ਹੋ ਸਕੇ। ਕਿਉਂਕਿ ਸਤਿਗੁਰੂ ਇੱਕ ਇਸ਼ਟ ਦੀ ਪੈਦਾਇਸ਼ ਦੀ ਗੱਲ ਕਰਕੇ ਕਿ ਇਸ਼ਟ ਦੇ ਸਾਹਮਣੇ ਅਸੀਂ ਸਾਰਿਆਂ ਨੂੰ ਇੱਕੇ ਜਗ੍ਹਾ ਦੇ ਉੱਤੇ ਖਲੋਤਿਆਂ ਵੇਖਦੇ ਨੇ। ਹਾਲਾਂਕਿ ਕੁਝ ਮਤਾਂ ਨੇ, ਕੁਝ ਧਰਮ ਪ੍ਰਚਾਰਕਾਂ ਔਰ ਧਰਮ ਮੁਖੀਆਂ ਨੇ ਆਪ ਔਰ ਆਪਣੇ ਗ੍ਰੰਥਾਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ, ਇਹ ਜਿਤਨੀਆਂ ਸੰਸਾਰ ਦੀਆਂ ਜਾਤ ਪਾਤ ਦੀਆਂ ਵੰਡੀਆਂ ਨੇ, ਇਹ ਅਸੀਂ ਨਹੀਂ, ਇਹ ਤਾਂ ਪੈਦਾ ਕਰਨ ਵਾਲੇ ਨਹੀਂ ਪੈਦਾ ਕੀਤੀਆਂ ਨੇ। ਇਹ ਉੱਚਾ ਵੀ ਉਸ ਬਣਾਏ, ਨੀਵਾਂ ਵੀ ਉਹਨੇ ਬਣਾਇਆ। ਭਾਵ ਊਚ ਨੀਚ ਦਾ ਜਿਹੜਾ ਭੇਦ ਭਾਵ ਹੈ, ਅਸੀਂ ਨਹੀਂ, ਇਹ ਰੱਬ ਨੇ ਹੀ ਪੈਦਾ ਕਰ ਦਿੱਤਾ ਹੈ। ਇਸ ਕਰਕੇ ਮੈਂ ਉੱਚਾ ਤਾਂ ਮੈਨੂੰ ਰੱਬ ਨੇ ਪੈਦਾ, ਜਿਹੜਾ ਨੀਵਾਂ ਹੈ ਉਹਨੂੰ ਰੱਬ ਨੇ ਨੀਵਾਂ ਹੀ ਬਣਾ ਕੇ ਭੇਜਿਆ। ਕੁਝ ਐਸੇ ਖਿਆਲ ਉਹਨਾਂ ਨੇ ਆਪਣੇ ਪ੍ਰਚਾਰ ਸਾਧਨਾ ਰਾਹੀਂ ਜਾਂ ਆਪਣੇ ਧਰਮ ਗ੍ਰੰਥਾਂ ਦੇ ਹਵਾਲੇ ਜਿਹੜੇ ਸਨ ਇਸ ਪ੍ਰੋੜਤਾ ਦੇ ਵਿੱਚ ਦਿੱਤੇ ਨੇ। ਇਸ ਗੱਲ ਨੂੰ ਲੋਕਾਂ ਦੇ ਵਿੱਚ ਫੈਲਾਇਆ ਬਹੁਤ ਵੱਡੀ ਪੱਧਰ ਦੇ ਉੱਤੇ। ਪਰ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਵਿਚਾਰਧਾਰਾ ਨੇ ਇਸ ਗੱਲ ਨੂੰ ਕਤਈ ਕਬੂਲ ਹੀ ਨਹੀਂ ਕੀਤਾ। ਮਹਾਰਾਜ ਕਹਿੰਦੇ ਨੇ, ਸਿਰਜਣਹਾਰ ਏਕ ਹੈ, ਸਾਰੀ ਖਲਕਤ ਏਕ ਹੈ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਤੋ ਸਤਿਗੁਰੂ ਜੀ ਦਾ ਤਾਂ ਬੜਾ ਸੁੰਦਰ ਫਰਮਾਨ ਹੈ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਵੀ ਸਾਡੇ ਮਨੁੱਖਾਂ ਅੰਦਰ ਇੱਕ ਚੰਗਾ ਤਾਲਮੇਲ, ਸਾਡੇ ਅੰਦਰ ਇੱਕ ਭਰਾਤਰੀ ਭਾਵ, ਭਾਈਚਾਰਕ ਸਾਂਝ, ਪਿਆਰ ਦੇ ਜਜ਼ਬੇ, ਨਿਮਰਤਾ, ਦਇਆ, ਹਲੇਮੀ, ਲੋੜਵੰਦ ਦੀ ਮਦਦ, ਹਰ ਇੱਕ ਦਾ ਸਤਿਕਾਰ, ਕੁਝ ਐਸੇ ਵਿਚਾਰ ਜਿਹੜੇ ਖਿਆਲ ਨੇ ਸਾਡੇ ਅੰਦਰ ਰਹਿਣ। ਇਸ ਵਾਸਤੇ ਗੁਰੂ ਮਹਾਰਾਜ ਸਾਨੂੰ ਆਪਣੀ ਬਾਣੀ ਅੰਦਰ ਇਹ ਅਸੂਲ ਮੁੱਢਲੇ ਰੂਪ ਵਿੱਚ ਹੀ ਸਮਝਾਉਣ ਦੀ ਕਿਰਪਾਲਤਾ ਕਰ ਦਿੰਦੇ ਨੇ। ਹੁਣ ਬਾਣੀ ਨੂੰ ਜਦੋਂ ਤੁਸੀਂ ਵਿਚਾਰ ਕੇ ਬੜਾ ਲੜੀਵਾਰ ਸਹਿਜ ਨਾਲ ਪੜ੍ਹਨ ਦਾ ਜਿਸ ਵੇਲੇ ਯਤਨ ਕਰੋ, ਸਤਿਗੁਰੂ ਥਾਂ ਪੁਰ ਥਾਂ ਇਹਨਾਂ ਗੱਲਾਂ ਬਾਬਤ ਸਾਡੀ ਸਾਂਝ ਬਣਾਉਂਦੇ ਜਾਂਦੇ ਨੇ। ਔਰ ਇੱਕ ਮੁੱਢਲਾ ਵਿਚਾਰ ਜੋ ਸਤਿਗੁਰੂ ਜੀ ਨੇ ਇਸ ਜਪ ਬਾਣੀ ਦੇ ਅੰਦਰ ਹੀ, ਜਿਸ ਨੂੰ ਆਪਾਂ ਸਾਰੇ ਸਤਿਕਾਰ ਨਾਲ ਜਪਜੀ ਸਾਹਿਬ ਕਹਿ ਕੇ ਪੁਕਾਰਦੇ ਹਾਂ, ਇਸ ਪਾਵਨ ਬਾਣੀ ਦੇ ਅੰਦਰ ਹੀ ਉਸ ਸਿਧਾਂਤ ਨੂੰ ਤਾਂ ਸਭ ਤੋਂ ਵਧੇਰੇ ਸਤਿਗੁਰੂ ਜੀ ਨੇ ਪ੍ਰਚਾਰਿਆ। ਉਹ ਕੀ ਹੈ? ਵੀ ਅਕਾਲ ਪੁਰਖ ਨੇ ਜਿੰਨੀ ਵੀ ਇਹ ਕੁਦਰਤ ਸਾਜੀ ਹੈ, ਇਹ ਸਾਰੀ ਕੁਦਰਤ ਅਕਾਲ ਪੁਰਖ ਦੀ ਰਜ਼ਾ ਹੁਕਮ ਦੇ ਵਿੱਚ ਪੈਦਾ ਹੋਈ ਹੈ। ਤੇ ਜਿੱਥੇ ਸਾਰੀ ਕੁਦਰਤ ਇਹਦੀ ਸਿਰਜਣਾ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋਈ ਹੈ, ਉੱਥੇ ਸਾਰੀ ਕੁਦਰਤ ਚੱਲ ਵੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਰਹੀ ਹੈ।
ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹੈ ਨਾ ਕੋਏ। ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਤੋ ਗੱਲ ਸਾਰੀ ਜਿੱਥੇ ਵੀ ਸਤਿਗੁਰੂ ਜੀ ਨੇ ਕੀਤੀ, ਉਸ ਅਕਾਲ ਪੁਰਖ ਦੇ ਹੁਕਮ ਦੀ ਕੀਤੀ। ਪਰ ਸਦੀਆਂ ਤੋਂ ਇੱਕ ਧਾਰਮਿਕ ਤੌਰ ਉੱਤੇ ਇਹ ਵਿਚਾਰਧਾਰਾ, ਇਹ ਪਰੰਪਰਾਵਾਦੀ ਵਿਚਾਰ ਜਿਹੜੇ ਸਨ, ਉਹ ਸਦੀਆਂ ਤੋਂ ਪ੍ਰਚਾਰੇ ਜਾਂਦੇ ਰਹੇ ਨੇ। ਸਤਿਗੁਰੂ ਜੀ ਜਿਹੜੀਆਂ ਪਾਵਨ ਪੌੜੀਆਂ ਦੀ ਸਾਡੇ ਸਾਹਮਣੇ ਵਿਚਾਰ ਰੱਖ ਰਹੇ ਨੇ, ਇਸ ਤੋਂ ਪਹਿਲਾਂ 2 ਪੌੜੀਆਂ ਆਪ ਜੀ ਨੇ ਸ਼ਰਵਣ ਕੀਤੀਆਂ ਨੇ, ਜੋ ਯੋਗ ਮਤ ਦੇ ਖਿਆਲਾਂ ਦੇ ਨਾਲ ਸੰਬੰਧਿਤ ਕਰਕੇ ਸਤਿਗੁਰੂ ਜੀ ਨੇ ਆਪਣੇ ਵਿਚਾਰ ਸੰਕੇਤ ਉਹਨਾਂ ਦੇ ਵਰਤ ਕੇ ਦਿੱਤੇ ਨੇ। ਔਰ ਇਸੇ ਤਰ੍ਹਾਂ ਇਹ ਤੀਸਰੀ ਪੌੜੀ ਇਸ ਲੜੀ ਦੀ ਹੈ, ਔਰ ਤਰਤੀਬ ਵਿੱਚ ਇਹ 30 ਨੰਬਰ ਪੌੜੀ ਹੈ, ਜਿਸ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਰਹਿਮਤ ਕਰਦੇ ਆ। ਇਸ 30 ਨੰਬਰ ਪੌੜੀ ਦੇ ਵਿੱਚ ਉਸ ਖਿਆਲ ਦਾ ਜ਼ਿਕਰ ਵੀ ਕਰਦੇ ਨੇ ਤੇ ਉਸ ਖਿਆਲ ਦਾ ਖੰਡਨ ਵੀ ਕਰਦੇ ਨੇ। ਸਤਿਗੁਰੂ ਦੀ ਪਾਵਨ ਬਾਣੀ ਨੂੰ ਜਿਸ ਵੇਲੇ ਤੁਸੀਂ ਪੜ੍ਹਦੇ ਹੋ ਨਾ, ਬੜੀ ਸਵਾਦਲੀ ਗੱਲ ਹੈ। ਸਭ ਤੋਂ ਪਹਿਲਾਂ ਕਈ ਵਾਰ ਸਤਿਗੁਰੂ ਜੀ ਉਹ ਗੱਲ ਕਹਿੰਦੇ ਨੇ ਜੋ ਪ੍ਰਚਲਿਤ ਹੈ। ਕਈ ਵਾਰ ਅਸੀਂ ਭੁਲੇਖਾ ਖਾ ਜਾਂਦੇ ਹਾਂ ਵੀ ਇਹ ਗੁਰਮਤ, ਇਹ ਗੁਰੂ ਸਾਹਿਬ ਇਹਨੂੰ ਗੱਲ ਨੂੰ ਮੰਨਦੇ ਹੋਣਗੇ ਤਾਂ ਇਹ ਗੱਲ ਕਹੀਏ। ਨਹੀਂ, ਧਿਆਨ ਦੇਣਾ। ਗੱਲਬਾਤ ਕਰਨ ਦਾ, ਲਿਖਣ ਦਾ ਢੰਗ ਇਹੋ ਹੀ ਹੁੰਦਾ ਹੈ ਵੀ ਅਗਰ ਤੁਸੀਂ ਕਿਸੇ ਗੱਲ ਨੂੰ ਨਹੀਂ ਮੰਨਦੇ, ਤੁਹਾਨੂੰ ਪਹਿਲਾਂ ਲਿਖਣਾ ਪੈਂਦਾ ਵੀ ਫਲਾਨੀ ਜਗ੍ਹਾ ਤੇ ਆਹ ਗੱਲ ਇਵੇਂ ਹੋਈ ਤੇ ਬਾਅਦ ਵਿੱਚ ਇਹ ਗੱਲ ਇਵੇਂ ਕੀਤੀ ਗਈ। ਨਹੀਂ ਤਾਂ ਅੱਧੀ ਅਧੂਰੀ ਗੱਲ ਹੋ ਜਾਏਗੀ, ਪਤਾ ਨਹੀਂ ਲੱਗੇਗਾ ਵੀ ਕਿਸ ਬਾਬਤ ਗੱਲ ਕਹੀ ਜਾ ਰਹੀ ਹੈ। ਪਹਿਲਾਂ ਇਹ ਦੱਸਣਾ ਪਏਗਾ। ਅਗਰ ਅਸੀਂ ਕਹਾਂਗੇ ਵੀ ਫਲਾਂ ਮਨੁੱਖ ਨੇ ਇਸ ਗੱਲ ਦਾ ਇਹ ਜਵਾਬ ਦਿੱਤਾ, ਤਾਂ ਪ੍ਰਸ਼ਨ ਆਏਗਾ ਵੀ ਜਵਾਬ ਕਿਹੜੀ ਗੱਲ ਦਾ ਦਿੱਤਾ? ਉਹਨੇ ਕੀ, ਦੂਸਰੇ ਬੰਦੇ ਨੇ ਕੀ ਗੱਲ ਕਹੀ ਸੀ ਜਿਹੜਾ ਉਹਦਾ ਜਵਾਬ ਇਹ ਦਿੱਤਾ ਗਿਆ? ਤਾਂ ਜਵਾਬ ਦੇ ਨਾਲ ਉਸ ਪਹਿਲੇ ਆਦਮੀ ਦੀ ਕਹੀ ਹੋਈ ਗੱਲ ਵੀ ਨਾਲ ਦਰਜ ਕੀਤੀ ਜਾਂਦੀ ਹੈ, ਤਾਂ ਕਿ ਪੜ੍ਹਨ ਵਾਲੇ ਨੂੰ ਤੇ ਸੁਣਨ ਵਾਲੇ ਨੂੰ ਕਿਸੇ ਕਿਸਮ ਦਾ ਭੁਲੇਖਾ ਨਾ ਰਹਿ ਜਾਏ। ਉਹ ਪਹਿਲੀ ਵੀ ਪੜ੍ਹ ਲਵੇ ਵੀ ਪਹਿਲੀ ਗੱਲ ਆ ਹੋਈ ਸੀ ਔਰ ਦੂਸਰਾ ਇਹਦਾ ਜਵਾਬ ਆ ਦਿੱਤਾ ਗਿਆ ਸੀ, ਤਾਂ ਕਿ ਗੱਲ ਉਹਦੇ ਸਾਹਮਣੇ ਸਪਸ਼ਟ ਹੋ ਜਾਏ ਤੇ ਉਹਨੂੰ ਸਮਝ ਵੀ ਸੌਖੀ ਆ ਜਾਏ। ਤਾਂ ਇੱਕ ਢੰਗ ਹੈ, ਇੱਕ ਤਰੀਕਾ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਵੀ ਇੱਕ ਨਹੀਂ ਅਨੇਕਾਂ ਥਾਈਂ ਪਹਿਲਾਂ ਉਹ ਵਿਚਾਰ ਦਿੱਤਾ ਜਿਹੜਾ ਪਹਿਲੋਂ ਪ੍ਰਚਲਿਤ ਹੈ, ਤੇ ਫਿਰ ਅੱਗੇ ਜਾ ਕੇ ਆਪਣਾ ਵਿਚਾਰ ਉਸ ਪ੍ਰਥਾਏ ਦਿੱਤਾ ਹੈ, ਤਾਂ ਕਿ ਦੋਵੇਂ ਗੱਲਾਂ ਹੀ ਸਮਝ ਆ ਜਾਣ ਵੀ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਉਹ ਕਿਸ ਗੱਲ ਦੇ ਪ੍ਰਥਾਏ ਕੀਤੀ ਜਾ ਰਹੀ, ਉਹ ਕਾਹਦੇ ਵਾਸਤੇ ਕੀਤੀ ਜਾ ਰਹੀ, ਉਹ ਕਿਹਦੇ ਜਵਾਬ ਵਿੱਚ ਕੀਤੀ ਜਾ ਰਹੀ ਹੈ। ਪਰ ਇਹ ਸਾਡੀ ਖਿਮਾ ਕਰ ਦੇਣਾ ਅਣਜਾਣਤਾ ਕਹਿ ਲਓ, ਸਾਡੀ ਬੇਧਿਆਨੀ ਕਹਿ ਲਓ, ਜਾਂ ਫਿਰ ਅਸੀਂ ਬਾਣੀ ਨੂੰ ਇਸ ਢੰਗ ਨਾਲ ਪੜ੍ਹਨ ਤੇ ਵਿਚਾਰਨ ਦੇ ਅਜੇ ਤੱਕ ਆਦੀ ਨਹੀਂ ਹੋ ਸਕੇ। ਅਸੀਂ ਕਈ ਗੱਲਾਂ ਰਲ-ਗੱਡ ਕਰ ਜਾਂਦੇ ਹਾਂ। ਕਈ ਸੱਜਣਾਂ ਨੂੰ ਅਸੀਂ ਦੇਖਦੇ ਹਾਂ, ਐਸੀ ਉਦਾਹਰਣ ਦਿੰਦੇ ਨੇ ਜਿਹੜੀ ਗੁਰੂ ਸਾਹਿਬ ਜੀ ਨੇ ਉਦਾਹਰਣ ਜਿਹੜੀ ਹੈ ਉਹ ਦੂਸਰੇ ਮਤ ਦੀ ਦਿੱਤੀ ਹੁੰਦੀ, ਅੱਗੇ ਜਾ ਕੇ ਸਤਿਗੁਰੂ ਨੇ ਆਪਣਾ ਵਿਚਾਰ ਦਿੱਤਾ ਹੁੰਦਾ ਹੈ। ਪਰ ਸਾਡੀ ਅਣਜਾਣਤਾ ਕਰਕੇ ਅਸੀਂ ਇਹ ਸਮਝ ਲੈਂਦੇ ਨਹੀਂ ਜੀ ਆਹ ਜਿਹੜੀ ਗੱਲ ਕਹੀ ਗੁਰੂ ਸਾਹਿਬ ਦਾ ਸ਼ਾਇਦ ਆਪਣਾ ਕੋਈ ਮਤ ਹੈ ਜਾਂ ਆਪਣਾ ਕੋਈ ਖਿਆਲ ਹੈ। ਇਹ ਭੁਲੇਖਾ ਰਹਿ ਜਾਣਾ ਕਿ ਇਹ ਗੁਰੂ ਸਾਹਿਬ ਜੀ ਦਾ ਆਪਣਾ ਖਿਆਲ ਹੈ ਜਾਂ ਆਪਣਾ ਮਤ ਹੈ, ਇਹ ਸਾਡੀ ਅਣਜਾਣਤਾ ਕਰਕੇ, ਸਾਡੀ ਬੇਸਮਝੀ ਕਰਕੇ ਔਰ ਗੁਰਬਾਣੀ ਨੂੰ ਇੱਕ ਤਰਤੀਬ ਦੇ ਵਿੱਚ ਨਾ ਸਮਝਣ ਕਰਕੇ ਐਸਾ ਵਾਪਰਦਾ ਹੈ। ਸੋ ਸਾਨੂੰ ਇੱਕ ਗੱਲ ਬੜੀ ਚੰਗੀ ਤਰ੍ਹਾਂ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹਦਿਆਂ ਤੇ ਸੁਣਦਿਆਂ ਸਮਝਣੀ ਚਾਹੀਦੀ ਹੈ, ਤਾਂ ਕਿ ਅਸੀਂ ਸੌਖੇ ਢੰਗ ਨਾਲ ਗੁਰਬਾਣੀ ਦੇ ਆਸ਼ੇ ਨੂੰ, ਗੁਰਬਾਣੀ ਦੇ ਸਿਧਾਂਤ ਨੂੰ ਸਮਝ ਸਕੀਏ, ਵਿਚਾਰ ਸਕੀਏ। ਉਹ ਮੁੱਢਲੀ ਗੱਲ ਇਹ ਹੈ ਵੀ ਗੁਰੂ ਸਾਹਿਬ ਜੀ ਨੇ ਦੂਸਰੇ ਮਤਾਂ ਦੇ, ਮਤਾਂਦਰਾਂ ਦੇ ਖਿਆਲ ਵੀ ਦਿੱਤੇ ਹਨ। ਗੁਰੂ ਸਾਹਿਬ ਜੀ ਨੇ ਸਾਡੀਆਂ ਆਮ ਪ੍ਰਚਲਿਤ ਗੱਲਾਂ ਵੀ ਜਿਹੜੀਆਂ ਹਨ ਉਹ ਵੀ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਆਧਾਰ ਬਣਾਈਆਂ ਹਨ। ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਉਦਾਹਰਣ ਦੇ ਤੌਰ ਤੇ, ਇੱਕ ਸੰਕੇਤ ਦੇ ਤੌਰ ਤੇ ਸਤਿਗੁਰੂ ਜੀ ਨੇ ਵਰਤਿਆ ਹੈ। ਤੇ ਕਈ ਵਾਰ ਇਹਨਾਂ ਗੱਲਾਂ ਨੂੰ ਸਤਿਗੁਰੂ ਪਹਿਲਾਂ ਦਰਜ ਕਰਦੇ ਨੇ, ਫਿਰ ਅੱਗੇ ਜਾ ਕੇ ਆਪਣਾ ਵਿਚਾਰ, ਆਪਣੇ ਮਤ, ਆਪਣੇ ਵਿਚਾਰ, ਆਪਣੇ ਸਿਧਾਂਤ ਦੀ ਪ੍ਰੋੜਤਾ ਦੇ ਵਿੱਚ ਸਤਿਗੁਰੂ ਜੀ ਅੱਗੇ ਜਾ ਕੇ ਅਗਲੇਰੀ ਆਪਣੀ ਗੱਲ ਕਹਿੰਦੇ ਹਨ। ਸੋ ਗੁਰਮਤ ਦਾ ਜੋ ਅਸੂਲ ਹੈ ਉਹ ਸਾਨੂੰ ਸਮਝਣਾ ਪਏਗਾ ਵੀ ਗੁਰਮਤ ਦਾ ਅਸੂਲ ਇਹ ਸਾਰੇ ਸ਼ਬਦ ਵਿੱਚ ਜਾਂ ਸਾਰੀ ਪੌੜੀ ਵਿੱਚ ਜਾਂ ਸਾਰੇ ਸ਼ਲੋਕ ਦੇ ਵਿੱਚ ਕਿੱਥੇ ਜਾ ਕੇ ਸਤਿਗੁਰੂ ਜੀ ਨੇ ਅੰਕਿਤ ਕੀਤਾ ਹੈ। ਤੋ ਇਹ ਬਾਣੀ ਵਿਚਾਰ ਦੇ ਨਾਲ ਸੰਬੰਧ ਰੱਖਦਾ ਹੈ ਇਹ ਵਿਸ਼ਾ। ਅਸੀਂ ਅਕਸਰ ਇਹ ਭਰਮ ਦੇ ਸ਼ਿਕਾਰ ਵੀ ਹੁੰਦੇ ਹਾਂ ਵੀ ਨਹੀਂ ਜੀ ਬਾਣੀ ਨੂੰ ਵਿਚਾਰਨ ਦੀ ਕੀ ਲੋੜ ਹੈ, ਬਾਣੀ ਨੂੰ ਸਮਝਣ ਦੀ ਕੀ ਲੋੜ ਹੈ,
ਨਹੀਂ, ਬੜੀ ਲੋੜ ਹੈ। ਅਗਰ ਅਸੀਂ ਬਾਣੀ ਨੂੰ ਵਿਚਾਰਾਂਗੇ ਨਹੀਂ ਤੇ ਕਿਵੇਂ ਸਮਝ ਆਏਗੀ ਕਿ ਇਹ ਜਿਹੜਾ ਖਿਆਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਸ ਮੱਤ ਦਾ ਦਿੱਤਾ ਹੈ, ਤੇ ਇਹ ਜਿਹੜਾ ਖਿਆਲ ਹੈ ਸਤਿਗੁਰੂ ਜੀ ਨੇ ਇਹ ਕਿਸ ਵਿਚਾਰ ਦੀ ਖੰਡਨ ਜਾਂ ਮੰਡਨ ਦੇ ਵਿੱਚ ਦਿੱਤਾ ਹੈ। ਇਹ ਸਾਰੀਆਂ ਗੱਲਾਂ ਗੁਰਬਾਣੀ ਵਿਚਾਰ ਦੇ ਨਾਲ ਹੀ ਸੰਬੰਧ ਰੱਖਦੀਆਂ ਨੇ। ਤੋ ਸਾਨੂੰ ਇਸੇ ਕਰਕੇ ਹੀ ਬਾਰੰਬਾਰ ਸੁਚੇਤ ਗੁਰਮੁਖ ਇਹ ਗੱਲ ਸਿਖਾਉਂਦੇ ਤੇ ਦੱਸਦੇ ਔਰ ਪ੍ਰਚਾਰਦੇ ਨੇ ਵੀ ਹੇ ਭਾਈ, ਬਾਣੀ ਨੂੰ ਵਿਚਾਰ ਕੇ ਬੜੇ ਸਹਿਜ ਨਾਲ, ਬੜੇ ਪਿਆਰ ਨਾਲ ਉਸ ਨੂੰ ਸਮਝ ਕੇ ਪੜ੍ਹਨ ਦੀ ਕੋਸ਼ਿਸ਼ ਸਾਨੂੰ ਅਵੱਸ਼ ਕਰਨੀ ਚਾਹੀਦੀ ਹੈ, ਤਾਂ ਕਿ ਸਾਨੂੰ ਸਮਝ ਆਏ ਗੁਰੂ ਸਾਹਿਬ ਜੀ ਦਾ ਮੱਤ, ਗੁਰੂ ਸਾਹਿਬ ਜੀ ਦਾ ਰਸਤਾ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਸਾਡੇ ਲਈ ਕੀ ਹੈ ਤੇ ਗੁਰਬਾਣੀ ਦਾ ਸੁਨੇਹਾ ਸਾਡੇ ਵਾਸਤੇ ਕਿਹੋ ਜਿਹਾ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਿੱਥੇ ਗੁਰੂ ਮਹਾਰਾਜ ਨੇ ਇੱਕ ਅਕਾਲ ਪੁਰਖ ਦੀ ਗੱਲ ਕਹੀ ਹੈ, ਉੱਥੇ ਨਾਲ ਨਾਲ ਸਤਿਗੁਰੂ ਜੀ ਨੇ ਇੱਕ ਅਕਾਲ ਪੁਰਖ ਤੋਂ ਛੁੱਟ ਇੱਕ ਅਕਾਲ ਪੁਰਖ ਦੀ ਬਜਾਏ ਜਿਹੜੀਆਂ ਹੋਰ ਬਾਕੀ ਸਾਡੀਆਂ ਧਾਰਨਾਵਾਂ ਨੇ ਜਾਂ ਸਾਡੇ ਵਿਸ਼ਵਾਸ ਨੇ ਜਾਂ ਪੁਰਾਣੇ ਗ੍ਰੰਥਾਂ ਨੇ, ਪ੍ਰਚਾਰੀਆਂ ਨੇ ਜਾਂ ਪੁਰਾਣੇ ਮੱਤਾਂ ਮਤਾਂਦਰਾਂ ਨੇ ਉਹਨੂੰ ਮੰਨਿਆ ਵੀ ਜਿਵੇਂ ਇਹ ਇੱਕ ਖਿਆਲ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਵੀ ਕੁਝ ਤਾਕਤਾਂ ਹਨ ਜਿਹੜੀਆਂ ਸਾਰੀ ਸ੍ਰਿਸ਼ਟੀ ਨੂੰ ਚਲਾਉਂਦੀਆਂ ਨੇ, ਨਾਸ਼ ਕਰਦੀਆਂ ਨੇ ਜਾਂ ਕੁਦਰਤ ਦਾ ਪ੍ਰਬੰਧ ਕਰਦੀਆਂ ਹਨ। ਫਿਰ ਧਿਆਨ ਦੇਣਾ, ਇਹ ਵਿਚਾਰ ਵੀ ਇੱਕ ਅਕਾਲ ਪੁਰਖ ਤੋਂ, ਇੱਕ ਖੁਦਾ ਤੋਂ, ਇੱਕ ਪ੍ਰਭੂ ਤੋਂ, ਇੱਕ ਪ੍ਰਮਾਤਮਾ ਤੋਂ ਬਿਨਾਂ ਬਾਕੀ ਵੀ ਕੁਝ ਤਾਕਤਾਂ ਹਨ ਜਿਹੜੀਆਂ ਸਾਰੇ ਸੰਸਾਰ, ਸਾਰੀ ਸ੍ਰਿਸ਼ਟੀ ਨੂੰ ਚਲਾਉਂਦੀਆਂ ਨੇ ਜਾਂ ਇਸ ਦਾ ਪ੍ਰਬੰਧ ਕਰਦੀਆਂ ਨੇ। ਇਹ ਖਿਆਲ ਬਹੁਤ ਮਤਾਂ ਦੇ ਅੰਦਰ ਆਰੰਭ ਤੋਂ ਲੈ ਕੇ ਪ੍ਰਚਲਿਤ ਹੈ, ਪਰ ਗੁਰਮਤਿ ਨੇ ਇਸ ਖਿਆਲ ਨੂੰ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਨੇ ਆਖਿਆ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸੱਤਾ ਹੀ ਸਾਰੀ ਕੁਦਰਤ ਵਿੱਚ ਮੌਜੂਦ ਹੈ। ਫਿਰ ਪ੍ਰਸ਼ਨ ਆਇਆ ਵੀ ਸੰਸਾਰ ਨੂੰ ਚਲਾਉਂਦਾ ਕੌਣ ਹੈ? ਉੱਥੇ ਗੁਰੂ ਸਾਹਿਬ ਨੇ ਆਖਿਆ ਵੀ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਨਿਯਮ ਹੈ, ਹਰ ਚੀਜ਼ ਦਾ ਇੱਕ ਨਿਯਮ ਕਰਤੇ ਨੇ ਬਣਾਇਆ। ਕੁਦਰਤ ਦੀ ਜਿਤਨੀ ਵੀ ਰਚਨਾ ਹੈ, ਇਹ ਜਿਤਨਾ ਵੀ ਪਸਾਰਾ ਹੈ, ਇਹ ਸਾਰਾ ਖੜਾ ਹੀ ਹੁਕਮ ਦੇ ਆਸਰੇ ਦੇ ਉੱਤੇ ਹੈ। ਇਹਨੂੰ ਹੁਕਮ ਦੇ ਆਧਾਰ ਦੇ ਉੱਤੇ ਹੀ ਅਕਾਲ ਪੁਰਖ ਵਾਹਿਗੁਰੂ ਚਲਾ ਰਹੇ। ਹੁਕਮ ਹੀ ਹੁਕਮ ਚਲਾਏ, ਰਾਹ ਦਾ ਭਾਵ ਹੀ ਹੈ ਵੀ ਹੁਕਮੀ ਨੇ ਹੁਕਮ ਦਾ ਮਾਰਗ ਚਲਾਇਆ, ਭਾਵ ਰੂਲ ਦੇ ਵਿੱਚ, ਨਿਯਮ ਦੇ ਵਿੱਚ, ਜਿਹਨੂੰ ਅਸੀਂ ਲਾਅ ਆਫ ਨੇਚਰ ਵੀ ਕਹਿੰਦੇ ਹਾਂ ਵੀ ਕੁਦਰਤ ਦਾ, ਬ੍ਰਹਿਮੰਡ ਦਾ ਆਪਣਾ ਇੱਕ ਰੂਲ ਹੈ, ਇੱਕ ਨਿਯਮ ਹੈ। ਤੋ ਸਾਰਾ ਪਸਾਰਾ ਜਿਹੜਾ ਹੈ, ਕੁਦਰਤੀ ਸੱਤਾ ਜਿਹੜੀ ਹੈ, ਉਹ ਸਾਰੀ ਦੀ ਸਾਰੀ ਇੱਕ ਹੁਕਮ ਵਿੱਚ, ਇੱਕ ਆਪਣੇ ਹੀ ਨਿਯਮ ਦੇ ਵਿੱਚ ਚੱਲ ਰਹੀ ਹੈ। ਭਾਵੇਂ ਮਨੁੱਖ, ਗੁਰੂ ਸਾਹਿਬ ਕਹਿੰਦੇ ਨੇ ਬਾਣੀ ਅੰਦਰ ਵੀ ਉਸ ਨੂੰ ਪੂਰਨ ਰੂਪ ਵਿੱਚ ਬਿਆਨ ਨਹੀਂ ਕਰ ਸਕਦਾ। ਅਗਰ ਮਨੁੱਖ ਚਾਹੇ ਕਿ ਮੈਂ ਸਾਰੀਆਂ ਚੀਜ਼ਾਂ ਦੇ ਸਾਰੇ ਰੂਲ, ਸਾਰੇ ਨਿਯਮ ਕਾਨੂੰਨ ਸਮਝ ਲਵਾਂ ਪੂਰਨ ਰੂਪ ਵਿੱਚ, ਜਾਂ ਸਾਰੇ ਦੇ ਸਾਰੇ ਮੈਂ ਬਿਆਨ ਕਰਦਿਆਂ ਪੂਰਨ ਰੂਪ ਵਿੱਚ, ਐਸਾ ਨਹੀਂ ਹੋ ਸਕਦਾ। ਹਾਂ, ਜਿਉਂ-ਜਿਉਂ ਬੰਦਾ ਕੁਦਰਤ ਦੇ ਨੇੜੇ ਹੋ ਕੇ ਜਾਂ ਕੁਦਰਤ ਦੇ ਇਸ ਵਰਤਰੇ ਵਰਤਾਰੇ ਨੂੰ ਵੇਖਦਾ ਹੈ ਤਾਂ ਇਹ ਗੱਲ ਸਮਝ ਪੈਂਦੀ ਹੈ ਵੀ ਇੱਕ ਪ੍ਰੋਸੈਸ ਹੈ, ਇੱਕ ਸਫ਼ਰ ਹੈ ਜਿਹੜਾ ਕੁਦਰਤ ਨਿਰੰਤਰ ਕਰ ਰਹੀ ਹੈ, ਔਰ ਉਹ ਵੀ ਇੱਕ ਬੜਾ ਨਿਯਮਬੱਧ ਢੰਗ ਦੇ ਨਾਲ। ਹਰ ਇੱਕ ਚੀਜ਼ ਜਿਹੜੀ ਹੈ ਬਾ ਰੂਲ ਚੱਲ ਰਹੀ ਹੈ, ਬਾ ਨਿਯਮ ਚੱਲ ਰਹੀ ਹੈ, ਬਾ ਹੁਕਮ ਚੱਲ ਰਹੀ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਸੇ ਹੋਰ ਅਖੌਤੀ ਸ਼ਕਤੀ ਦੀ ਹੋਂਦ ਨੂੰ ਤਸਲੀਮ ਜਾਂ ਪ੍ਰਵਾਨ ਹੀ ਨਹੀਂ ਕੀਤਾ। ਸਤਿਗੁਰੂ ਨੇ ਆਖਿਆ ਨਹੀਂ, ਇਹ ਪ੍ਰਵਾਨ ਕਰਨ ਦੇ ਯੋਗ ਨਹੀਂ ਹੈ ਕਿ ਇਹ ਮੰਨ ਲਿਆ ਜਾਏ ਵੀ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਵੀ ਕੁਝ ਤਾਕਤਾਂ ਹਨ ਜਿਹੜੀਆਂ ਸ੍ਰਿਸ਼ਟੀ ਨੂੰ ਚਲਾਉਂਦੀਆਂ ਨੇ। ਅਗਰ ਅਸੀਂ ਐਸਾ ਮੰਨ ਲੈਂਦੇ ਹਾਂ ਤਾਂ ਗੁਰਮਤਿ ਨੇ ਆਖਿਆ ਕਿ ਅਕਾਲ ਪੁਰਖ ਵਾਹਿਗੁਰੂ ਜਿਸ ਨੇ ਇੰਨੀ ਵੱਡੀ ਸ੍ਰਿਸ਼ਟੀ ਬਣਾਈ ਏ, ਸਿਰਜੀ ਏ, ਕਿ ਉਹ ਏਡੇ ਵੱਡੇ ਪਸਾਰੇ ਨੂੰ ਚਲਾਉਣ ਦੀ ਸਮਰੱਥਾ ਨਹੀਂ ਰੱਖਦਾ ਜੋ ਉਸ ਨੂੰ ਕਰਿੰਦਿਆਂ ਦੀ, ਨੌਕਰਾਂ ਦੀ ਜਾਂ ਹੋਰ ਚੀਜ਼ਾਂ ਦੀ ਤਾਕਤਾਂ ਦੀ ਲੋੜ ਪੈ ਗਈ ਵੀ ਉਹ ਸੰਸਾਰ ਨੂੰ ਚਲਾਈ ਰੱਖਣ। ਨਹੀਂ, ਐਸਾ ਨਹੀਂ ਹੈ। ਜਦੋਂ ਅਸੀਂ ਇਹ ਗੱਲ ਮੰਨਦੇ ਹਾਂ ਕਿ ਅਕਾਲ ਪੁਰਖ ਸਮਰੱਥ ਹੈ, ਅਕਾਲ ਪੁਰਖ ਕਰਨ ਕਰਾਵਨ ਹੈ, ਤਾਂ ਫਿਰ ਇਹਨਾਂ ਗੈਬੀ ਸ਼ਕਤੀਆਂ ਦੀ ਲੋੜ ਦਾ, ਇਹਨਾਂ ਗੈਬੀ ਸ਼ਕਤੀਆਂ ਦੀ ਹੋਂਦ ਦਾ ਖਿਆਲ ਹੀ ਸਾਡੇ ਦਿਲ ਵਿੱਚੋਂ ਭੁੱਲ ਜਾਣਾ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸੇ ਖਿਆਲ ਦਾ ਖੰਡਨ ਕਰਦੇ ਹਨ। ਹੁਣ ਗੌਰ ਕਰਨਾ, ਜੋ ਪਾਵਨ ਪੌੜੀ ਆਪ ਜੀ ਨੇ ਸ਼ਰਵਣ ਕੀਤੀ ਹੈ ਪਾਠ ਦੇ ਰੂਪ ਵਿੱਚ, 30 ਨੰਬਰ ਪੌੜੀ ਹੈ। ਇਸ ਪਾਵਨ ਪੌੜੀ ਦੇ ਅੰਦਰ ਜੋ ਪਹਿਲੀਆਂ 2 ਪੰਕਤੀਆਂ ਦੇ ਵਿੱਚ ਖਿਆਲ ਹੈ ਉਹ ਪ੍ਰਚਲਿਤ ਮਤਾਂ ਦਾ ਹੈ। ਜੋਗੀ ਔਰ ਪੁਰਾਣਵਾਦੀ, ਜੋਗੀ ਤੇ ਪੁਰਾਣਵਾਦੀ ਇਸ ਵਿਚਾਰ ਨੂੰ ਮੰਨਦੇ ਵੀ ਨੇ ਤੇ ਇਹਦੀ ਪ੍ਰੋੜਤਾ ਵੀ ਕਰਦੇ ਆ ਰਹੇ ਨੇ। ਉਹ ਇਹ ਹੈ ਵੀ ਮਾਇਆ, ਜਗਤ ਦੀ ਰਚਨਾ,
ਇਹ ਮਾਇਆ ਜਿਹੜੀ ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਸੂਤ ਹੋਈ। ਇਸ ਤੋਂ ਪ੍ਰਤੱਖ ਰੂਪ ਵਿੱਚ 3 ਦੇਵਤੇ ਪੈਦਾ ਹੋਏ। ਇੱਕ ਸੀ ਬ੍ਰਹਮਾ, ਦੂਸਰਾ ਸੀ ਵਿਸ਼ਨੂੰ ਤੇ ਤੀਸਰਾ ਹੈ ਸ਼ਿਵ। ਬ੍ਰਹਮਾ ਜੋ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਉਹਦੀ ਡਿਊਟੀ ਹੈ ਜਗਤ ਨੂੰ ਪੈਦਾ ਕਰਨਾ। ਵਿਸ਼ਨੂੰ ਜੋ ਹੈ ਉਹ ਸੰਸਾਰ ਦਾ ਪ੍ਰਬੰਧ ਚਲਾਉਂਦਾ ਹੈ, ਉਸ ਦੀ ਡਿਊਟੀ ਹੈ ਸੰਸਾਰ ਦਾ ਪ੍ਰਬੰਧ ਚਲਾਉਣਾ। ਔਰ ਜੋ ਸ਼ਿਵ ਹੈ ਉਹ ਸੰਘਾਰਕ ਦੇਵਤਾ ਹੈ, ਮੌਤ ਦਾ ਦੇਵਤਾ ਹੈ, ਉਹ ਸਭਨਾਂ ਨੂੰ ਮੌਤ ਦਿੰਦਾ ਹੈ, ਪਰਲੋ ਲਿਆਉਂਦਾ ਹੈ, ਨਾਸ਼ ਕਰਦਾ ਹੈ। ਇਵੇਂ ਇਹ 3 ਦੇਵ, 3 ਦੇਵ ਜਿਹੜੇ ਹਨ ਉਹ ਸਾਰੇ ਸ੍ਰਿਸ਼ਟੀ ਦੀ ਕਾਰ ਕਿਰਤ ਸਿਸਟਮ ਨੂੰ ਚਲਾ ਰਹੇ ਹਨ। ਯਾਨੀ ਕਿ 3 ਸ਼ਕਤੀਆਂ ਹਨ ਵੱਖਰੀਆਂ, ਇੱਕ ਬ੍ਰਹਮ, ਇੱਕ ਅਕਾਲ ਪੁਰਖ ਤੋਂ ਬਿਨਾਂ ਇਹ 3 ਸ਼ਕਤੀਆਂ ਵੱਖਰੀਆਂ ਹਨ ਜੋ ਸਮੁੱਚੇ ਸੰਸਾਰ ਦੇ ਪਸਾਰੇ ਨੂੰ ਪੈਦਾ ਵੀ ਕਰਦੀਆਂ ਨੇ, ਚਲਾਉਂਦੀਆਂ ਵੀ ਨੇ ਔਰ ਇਸ ਨੂੰ ਖਤਮ ਵੀ ਕਰਦੀਆਂ ਨੇ। ਔਰ 3 ਤਾਕਤਾਂ ਆਪਣਾ ਵੱਖਰਾ ਵੱਖਰਾ ਕੰਮ ਕਰ ਰਹੀਆਂ ਹਨ। ਇਸ ਕਰਕੇ ਤਿੰਨਾਂ ਦੀ ਪੂਜਾ ਵੀ ਜ਼ਰੂਰੀ ਤੌਰ ਉੱਤੇ ਪੁਰਾਣਵਾਦੀ ਔਰ ਜੋਗ ਮਤ ਨੇ ਜਿਹੜੀ ਉਹ ਪ੍ਰਵਾਨ ਕੀਤੀ ਔਰ ਤਿੰਨਾਂ ਦੀ ਪੂਜਾ ਅਰਚਾ ਔਰ ਇਸ ਖਿਆਲ ਨੂੰ ਜਿਹੜਾ ਸੀ ਖੁਦ ਵੀ ਮੰਨ ਲਿਆ ਔਰ ਅੱਗੇ ਵੀ ਪ੍ਰਚਾਰਨ ਦਾ ਯਤਨ ਕੀਤਾ। ਸਦੀਆਂ ਤੋਂ ਇਹ ਵਿਚਾਰ ਜਿਹੜਾ ਨਿਰੰਤਰ ਪ੍ਰਚਾਰ ਦੇ ਰਾਹੀਂ ਤੁਰਿਆ ਆ ਰਿਹਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਬਤ ਕੀ ਕਹਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਸ ਬਾਬਤ ਕੀ ਖਿਆਲ ਹੈ, ਇਹ ਅਸੀਂ ਸਮਝਣ ਦਾ ਯਤਨ ਕਰਨਾ ਹੈ। ਪਹਿਲੀ ਗੱਲ ਇਹ ਹੈ, ਜਿਵੇਂ ਮੈਂ ਪਹਿਲਾਂ ਇਹ ਤੁਹਾਡੇ ਨਾਲ ਵਿਚਾਰ ਸਾਂਝਾ ਕਰ ਲਿਆ ਵੀ ਇੱਕ ਅਕਾਲ ਪੁਰਖ ਦਾ ਹੁਕਮ ਹੀ ਸਾਰੀ ਕਾਇਨਾਤ ਨੂੰ ਚਲਾ ਰਿਹਾ, ਸਮੁੱਚੇ ਸੰਸਾਰ ਨੂੰ ਚਲਾ ਰਿਹਾ ਹੈ। ਗੁਰਬਾਣੀ ਨੇ ਉਸ ਹੁਕਮ ਨੂੰ ਹੀ ਸਭ ਤੋਂ ਵੱਡੀ ਤਾਕਤ ਮੰਨਿਆ ਵੀ ਜਿਹੜਾ ਲਾਅ ਆਫ ਨੇਚਰ ਹੈ, ਜਿਹੜਾ ਨਿਯਮ ਹੈ, ਜਿਹੜਾ ਅਕਾਲ ਪੁਰਖ ਦਾ ਭਾਣਾ ਹੈ, ਰਜ਼ਾ ਹੈ, ਸਾਰੇ ਸ਼ਬਦ ਇੱਕੋ ਜਿਹੇ ਨੇ। ਇਹ ਸਾਰੇ ਇਹਨਾਂ ਦੇ ਮੁਤਾਬਕ ਹੀ ਸਾਰੀ ਕੁਦਰਤ ਦਾ ਸਿਸਟਮ ਆਪਣੇ ਆਪ ਚੱਲ ਰਿਹਾ ਹੈ। ਤੇ ਜਦੋਂ ਐਸਾ ਚੱਲ ਰਿਹਾ ਫਿਰ ਉਹ ਗੈਬੀ ਕਿਸੇ ਤਾਕਤ ਦੀ ਹੋਣ ਦਾ ਖਿਆਲ ਹੀ ਨਹੀਂ ਰਹਿ ਜਾਂਦਾ। ਫਿਰ ਉਸ ਨੂੰ ਮੰਨਣ ਜਾਂ ਪੂਜਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਰ ਇਸ ਖਿਆਲ ਨੂੰ ਵੀ ਮੰਨਣ ਦਾ ਵਿਚਾਰ ਵੀ ਨਹੀਂ ਉੱਠਦਾ ਕਿ ਕੋਈ ਗੈਬੀ ਤਾਕਤ ਜਾਂ ਕੋਈ ਐਸੀਆਂ 2 4 3 5 ਜਾਂ ਇਸ ਤੋਂ ਵਧੇਰੇ ਹਸਤੀਆਂ ਜਿਹੜੀਆਂ ਨੇ ਸੰਸਾਰ ਨੂੰ ਚਲਾ ਰਹੀਆਂ ਨੇ। ਅੱਗ ਦਾ ਜੋ ਸੁਭਾਅ ਹੈ ਉਹ ਆਪਣੇ ਸੁਭਾਅ ਮੁਤਾਬਕ ਚੱਲ ਰਹੀ ਹੈ, ਪਾਣੀ ਦਾ ਆਪਣਾ ਸੁਭਾਅ ਹੈ, ਹਵਾ ਦਾ ਆਪਣਾ ਸੁਭਾਅ ਹੈ। ਕੁਦਰਤ ਦੀ ਹਰ ਚੀਜ਼ ਆਪਣੇ ਆਪਣੇ ਕਿਸੇ ਨਾ ਕਿਸੇ ਰੂਲ ਨੂੰ ਫੋਲੋ ਕਰ ਰਹੀ ਹੈ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਜਦੋਂ ਸਾਰੀ ਕੁਦਰਤ ਇੱਕ ਨਿਯਮ ਦੇ ਵਿੱਚ ਬੱਝੀ ਹੋਈ ਹੈ ਤਾਂ ਇਹ ਪ੍ਰਸ਼ਨ, ਇਸ ਗੱਲ ਨੂੰ ਕਿਵੇਂ ਮੰਨ ਲਿਆ ਜਾਏ? ਫਿਰ ਤਾਂ ਇਹ ਪ੍ਰਸ਼ਨ ਹੀ ਨਹੀਂ ਉੱਠਦਾ, ਸਵਾਲ ਹੀ ਨਹੀਂ ਉੱਠਦਾ ਕਿ ਕੋਈ ਹੋਰ ਤਾਕਤਾਂ ਨੇ ਜਿਨ੍ਹਾਂ ਦੀ ਗਿਣਤੀ ਇੰਨੀ ਹੈ ਜਾਂ ਇੰਨੀ ਹੈ ਜਿਹੜੀਆਂ ਸੰਸਾਰ ਨੂੰ ਚਲਾ ਰਹੀਆਂ ਨੇ। ਤੋ ਇਸ ਤੋਂ ਵੀ ਅੱਗੇ ਜਾ ਕੇ ਪੁਰਾਣਵਾਦ ਵਿਚਾਰਧਾਰਾ ਨੇ ਇੱਕ ਗੱਲ ਹੋਰ ਕਹਿ ਦਿੱਤੀ। ਕਹਿੰਦੇ ਆ ਜਿਹੜੀ ਹਵਾ ਆਉਂਦੀ ਹੈ ਇਹ ਇੱਕ ਵੱਖਰੀ ਤਾਕਤ ਹੈ, ਉਹਨੂੰ ਵੀ ਪੂਜ ਲਿਆ ਪਵਨ ਦੇਵਤਾ ਕਹਿ ਕੇ। ਇਹ ਜਿਹੜਾ ਮੀਂਹ ਪੈਂਦਾ ਹੈ ਇਹ ਇੰਦਰ ਦੇ ਰਾਹੀਂ ਪੈਂਦਾ, ਉਹ ਇੱਕ ਵੱਖਰੀ ਤਾਕਤ ਹੈ, ਵੱਖਰਾ ਵਿਭਾਗ ਹੈ, ਉਹਨੂੰ ਵੀ ਪੂਜ ਲਿਆ। ਇਹ ਜੋ ਅੱਗ ਲੱਗਦੀ ਹੈ ਜੰਗਲਾਂ ਦੇ ਵਿੱਚ ਅਗਨ ਦੇਵ ਕਹਿ ਕੇ। ਤੋ ਤਰ੍ਹਾਂ ਤਰ੍ਹਾਂ ਦੀਆਂ ਐਸੀਆਂ ਜਿਹੜੀਆਂ ਸਨ, ਗਿਣਤੀ ਕਰਦਿਆਂ 33 ਕਰੋੜ ਦੇਵੀ ਦੇਵਤਿਆਂ ਤੱਕ ਦੀ ਗੱਲ ਵੀ ਜਿਹੜੀ ਸੀ ਉਹ ਪੁਰਾਣਾਂ ਦੇ ਵਿੱਚ ਆ ਗਈ। ਗੱਲ ਵੱਧਦਾ ਵਧਾਨ ਅੱਗੇ ਤੋਂ ਅੱਗੇ ਵੱਧ ਗਿਆ। ਤੋ ਜਿਸ ਨੇ ਸਿੱਧੇ ਰੂਪ ਵਿੱਚ ਇਹਨਾਂ ਦੇਵੀ ਦੇਵਤਿਆਂ ਨੂੰ ਤਸਲੀਮ ਜਾਂ ਪ੍ਰਵਾਨ ਨਹੀਂ ਕੀਤਾ, ਉਹਨਾਂ ਦਾ ਮੰਨਣਾ ਵੀ ਫਰਿਸ਼ਤੇ ਹਨ, ਹਵਾ ਲਿਆਉਣ ਵਾਲਾ, ਅੱਗ ਲਿਆਉਣ ਵਾਲਾ ਜਾਂ ਮੌਤ ਦੇਣ ਵਾਲਾ, ਰੋਜ਼ੀ ਰੋਟੀ ਦੇਣ ਵਾਲਾ, ਵੱਖਰੇ ਵੱਖਰੇ ਫਰਿਸ਼ਤੇ ਨੇ, ਭਾਵ ਗੈਬੀ ਤਾਕਤਾਂ ਨੇ ਜਿਹੜੀਆਂ ਖੁਦਾ ਨੇ ਪੈਦਾ ਕੀਤੀਆਂ ਨੇ। ਹੁਣ ਗੱਲ ਤੇ ਉਹੋ ਹੀ ਹੈ, ਕਿੱਥੇ ਇਹ ਗੱਲ ਵੀ ਅਕਾਲ ਪੁਰਖ ਦੇ ਨਿਯਮ ਵਿੱਚ, ਸਾਰਾ ਇੱਕ ਹੁਕਮ ਵਿੱਚ ਸਾਰਾ ਸੰਸਾਰ ਦਾ ਪ੍ਰਬੰਧ ਚੱਲ ਰਿਹਾ ਹੈ, ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਤੇ ਕਿੱਥੇ ਇਹ ਵਿਚਾਰ ਵੀ ਕੋਈ ਗੈਬੀ ਸ਼ਕਤੀ ਇਹਨੂੰ ਚਲਾ ਰਹੀ ਹੈ, ਇਹਦੇ ਪਿੱਛੇ ਕੋਈ ਹੋਰ ਤਾਕਤ ਖੜੀ ਹੈ ਜਿਹੜੀ ਖੁਦਾ ਤੋਂ ਭਿੰਨ ਹੈ, ਭਾਵੇਂ ਉਹ ਖੁਦਾ ਦੀ ਪੈਦਾ ਕੀਤੀ ਜਾਂ ਨਹੀਂ, ਪਰ ਭਿੰਨ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਬਾਬਤ ਆਪਣੀ ਬਾਣੀ ਵਿੱਚ ਕੀ ਕਹਿੰਦੇ ਹਨ ਜਿਹੜੀਆਂ ਇਹ ਗੈਬੀ ਤਾਕਤਾਂ ਮੰਨੀਆਂ ਜਾਂਦੀਆਂ ਨੇ। ਤਾਂ ਗੁਰੂ ਸਾਹਿਬ ਇੱਕ ਵਚਨ ਬੜਾ ਕੀਮਤੀ ਆਖਦੇ, ਕਹਿੰਦੇ ਬੀਓ ਪੂਛ। ਬੀਓ ਦਾ ਅਰਥ ਹੁੰਦਾ ਦੂਜਾ। ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਦੂਜੀ ਕੋਈ ਤਾਕਤ, ਕੋਈ ਹਸਤੀ ਨਹੀਂ ਹੈ। ਪੀਓ ਪੂਛ, ਜਿਹਨੂੰ ਉਹ ਪੁੱਛੇ, ਜਿਹਦੇ ਕੋਲੋਂ ਸਲਾਹ ਲਵੇ, ਜਿਹਦੇ ਮੁਤਾਬਕ ਜਾਂ ਜਿਹਦੇ ਕੋਲ ਕੋਈ ਤਾਕਤ ਉਹਨੇ ਦੇ ਰੱਖੀ ਹੋਵੇ ਵੀ ਤੂੰ ਇਹਨੂੰ ਐਵੇਂ ਨਹੀਂ ਐਵੇਂ ਚਲਾ ਸਕਣਾ। ਗੁਰੂ ਕਹਿੰਦੇ ਬੀਓ ਪੂਛ ਨਾ ਮਸਲਤ ਧਰੈ। ਨਾ ਉਹ ਕਿਸੇ ਨੂੰ ਪੁੱਛਦਾ ਹੈ ਤੇ ਨਾ ਕਿਸੇ ਦੀ ਸਲਾਹ ਸੁਣਦਾ ਹੈ। ਧਿਆਨ ਦੇਣਾ, ਅਸੀਂ ਲੋਕ ਸਲਾਹ ਦਿੰਦੇ ਹਾਂ, ਰੱਬਾ ਤੈਨੂੰ ਐਵੇਂ ਨਹੀਂ ਐਵੇਂ ਕਰਨਾ ਚਾਹੀਦਾ। ਨਹੀਂ, ਕੁਦਰਤ ਤਾਂ ਆਪਣੇ ਨਿਯਮ ਮੁਤਾਬਕ ਚੱਲ ਰਹੀ, ਸਾਡੀ ਸਲਾਹ ਨਾਲ ਨਹੀਂ ਚੱਲੇਗੀ।
ਅਗਰ ਸਾਡੇ ਮੂੰਹ ਤੋਂ ਕਹੇ ਹੋਏ ਬੋਲ ਮੁਤਾਬਕ ਕੋਈ ਗੱਲ ਵੈਸੇ ਹੀ ਸਬੱਬ-ਵਸ ਹੋ ਜਾਏ, ਅਸੀਂ ਕਹਿੰਦੇ ਵੇਖਿਆ ਸੁਣੀ ਗਈ ਹੈ, ਮੰਨੀ ਗਈ ਹੈ। ਅਗਰ ਨਾ ਹੋਵੇ ਤਾਂ ਅਸੀਂ ਕਹਿੰਦੇ ਨਹੀਂ ਜੀ ਸੁਣੀ ਕੋਈ ਨਹੀਂ, ਕਿਉਂਕਿ ਸਾਡੇ ਅੰਦਰ ਕੋਈ ਧਰਮ ਕਰਮ ਨਹੀਂ ਸੀ। ਬੜਾ ਫਰਕ ਹੈ। ਪਰ ਕੁਦਰਤ ਆਪਣੇ ਕਰਤੇ ਦੇ ਬਣਾਏ ਨਿਯਮ ਵਿੱਚ ਚੱਲੇਗੀ, ਸਾਡੀਆਂ ਗੱਲਾਂ ਨਾਲ ਨਹੀਂ ਚੱਲੇਗੀ, ਸਾਡੇ ਯਤਨਾਂ ਨਾਲ, ਆਹਰਾਂ ਨਾਲ, ਸਾਡੇ ਕਹਿਣ ਕਥਨ ਨਾਲ ਨਹੀਂ ਚੱਲੇਗੀ, ਸਾਡੀਆਂ ਸਲਾਹਾਂ ਨਾਲ ਨਹੀਂ ਚੱਲੇਗੀ। ਇਸ ਕਰਕੇ ਗੁਰੂ ਨੇ ਆਖਿਆ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਜੋ ਕੁਝ ਵੀ ਵਾਪਰ ਰਿਹਾ ਉਹਦੀ ਆਪਣੀ ਰਜ਼ਾ ਵਿੱਚ ਵਾਪਰ ਰਿਹਾ, ਸਾਡੀ ਸਲਾਹ, ਸਾਡੀ ਪੁੱਛ ਨਾਲ ਨਹੀਂ ਵਾਪਰ ਰਿਹਾ। ਪੁੱਛ ਨਾ ਸਾਜੇ, ਪੁੱਛ ਨਾ ਢਾਹੈ, ਪੁੱਛ ਨਾ ਲੇਵੈ ਦੇ। ਸਤਿਗੁਰੂ ਕਹਿੰਦੇ ਨਾ ਸਾਨੂੰ ਪੁੱਛ ਕੇ ਉਹਨੇ ਕੁਝ ਸਾਜਿਆ, ਨਾ ਸਾਨੂੰ ਪੁੱਛ ਕੇ ਉਹਨੇ ਕੁਝ ਢਾਉਣਾ, ਨਾ ਪੁੱਛ ਕੇ ਉਹ ਕੁਝ ਦਿੰਦਾ ਤੇ ਨਾ ਪੁੱਛ ਕੇ ਉਹ ਕੁਝ ਲੈਂਦਾ। ਭਾਵ ਉਹਦਾ ਹੁਕਮ ਜਿਹੜਾ, ਉਹਦਾ ਨਿਯਮ ਜਿਹੜਾ ਉਹ ਅਟੱਲ ਹੈ, ਉਹ ਸਾਡੇ ਕਹਿਣ ਕਥਨ ਦੇ ਨਾਲ ਬਦਲਦਾ ਨਹੀਂ ਹੈ। ਕਿੱਡੀ ਵੱਡੀ ਗੱਲ ਸਤਿਗੁਰੂ ਨੇ ਕਹਿ ਦਿੱਤੀ। ਔਰ ਇਹ ਵੀ ਕਿਹਾ ਬਾਣੀ ਦੇ ਅੰਦਰ, ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ। ਕਰਤਾਰ ਦਾ ਅਰਥ ਹੁੰਦਾ ਕਰਤਾ, ਕਰਤਾ ਪੈਦਾ ਕਰਨ ਵਾਲਾ। ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜ਼ੋਰ, ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਸਭ ਉਪਰ ਪਾਰ ਬ੍ਰਹਮ ਦਾ ਤਾਰ, ਤੇਰੀ ਟੇਕ ਤੇਰਾ ਆਧਾਰ ਹੈ। ਤੂੰ ਹੋਵਨਹਾਰ, ਊਚ ਅਗਾਧ ਅਗੰਮ ਅਪਾਰ। ਸਤਿਗੁਰੂ ਆਖਦੇ ਨੇ ਤੂੰ ਹੀ ਹੈ ਤੇ ਤੂੰ ਹੀ ਸਦਾ ਕਾਇਮ ਰਹਿਣ ਵਾਲਾ। ਇਹ ਸਾਰੇ ਬਚਨ ਸਾਨੂੰ ਬੜੇ ਹੀ ਧਿਆਨ ਨਾਲ, ਇਹ ਸ਼ਬਦ ਜਿਹੜੇ ਨੇ, ਇਹ ਪੰਕਤੀਆਂ ਗੁਰਬਾਣੀ ਦੀਆਂ ਜਿਹੜੀਆਂ ਨੇ ਪੜ੍ਹਨੀਆਂ ਚਾਹੀਦੀਆਂ ਨੇ, ਕਿਉਂਕਿ ਇਹਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਸਾਰੀਆਂ ਗੱਲਾਂ ਕਹਿ ਦਿੱਤੀਆਂ ਨੇ ਜਿਹੜੀਆਂ ਇੱਕ ਅਕਾਲ ਪੁਰਖ ਬਾਬਤ ਸਾਡੇ ਵਿਸ਼ਵਾਸ, ਸਾਡੇ ਯਕੀਨ, ਸਾਡੇ ਭਰੋਸੇ ਨੂੰ ਮਜ਼ਬੂਤ ਕਰਦੀਆਂ ਨੇ ਤੇ ਸਾਨੂੰ ਇਹਨਾਂ ਗੈਬੀ ਸ਼ਕਤੀਆਂ, ਦੇਵੀ ਦੇਵਤਿਆਂ ਜਾਂ ਹੋਰ ਐਸੀਆਂ ਤਾਕਤਾਂ ਦੀ ਸਮਰਨ, ਚੇਤਾ, ਚਿੰਤਨ, ਪੂਜਾ, ਪ੍ਰਤਿਸ਼ਠਾ ਦੇ ਇਸ ਉਲਝਣ ਦੇ ਵਿੱਚੋਂ ਕੱਢ ਲੈਂਦੀਆਂ ਨੇ। ਤੋ ਇਹ ਤਾਂ ਹੀ ਹੋਏਗਾ ਜੇ ਅਸੀਂ ਬਾਣੀ ਨੂੰ ਥੋੜ੍ਹਾ ਵਿਚਾਰ ਕੇ ਪੜ੍ਹਨ ਦਾ ਯਤਨ ਕਰਾਂਗੇ। ਹੁਣ ਤ੍ਰੈ ਦੇਵ ਦੀ ਗੱਲ ਸਤਿਗੁਰੂ ਜੀ ਇੱਥੇ ਕਰਦੇ ਨੇ ਉਦਾਹਰਣ ਦੇ ਕੇ। ਸਤਿਗੁਰੂ ਦਾ ਇੱਕ ਬਚਨ ਹੈ ਬਾਣੀ ਵਿੱਚ, ਬੜੇ ਧਿਆਨ ਨਾਲ ਆਪ ਜੀ ਨੇ ਸ਼ਰਵਣ ਕਰਨਾ। ਗੁਰੂ ਮਹਾਰਾਜ ਕਹਿੰਦੇ ਨੇ, ਬ੍ਰਹਮਾ ਜਿਸ ਬਾਬਤ ਪੁਰਾਣਵਾਦੀ ਕਹਿੰਦੇ ਨੇ, ਜੋਗ ਮਤ ਮੰਨਦਾ, ਇਹ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ। ਵਿਸ਼ਨ ਜਿਹੜਾ ਸੰਸਾਰ ਨੂੰ ਰੋਜ਼ੀ ਦੇਣ ਵਾਲਾ ਹੈ, ਪਾਲਦਾ ਹੈ। ਮਹਾਦੇਵ ਸ਼ਿਵ ਜਿਹੜਾ ਸੰਸਾਰ ਨੂੰ ਨਾਸ਼ ਕਰਦਾ ਹੈ। ਤਿੰਨਾਂ ਬਾਬਤ ਗੱਲ ਕਹੀ। ਕਹਿੰਦੇ ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ। ਮਾਇਆ ਦੇ ਤਿੰਨ ਗੁਣ ਮੰਨੇ ਗਏ ਨੇ, ਤਿੰਨ ਰੂਪ ਮੰਨੇ ਗਏ ਨੇ। ਸਤਿਗੁਰੂ ਆਖਦੇ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿੱਚ ਇਹ ਵੀ ਤਿੰਨੇ ਰੋਗੀ ਹਨ। ਧਿਆਨ ਦੇਣਾ, ਇਹ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ, ਜਿਸ ਨੂੰ ਆਪਾਂ ਸਾਰੇ ਅਦਬ ਸਹਿਤ ਨਮਸਕਾਰ ਸਤਿਕਾਰ ਦਿੰਦੇ ਹਾਂ। ਔਰ ਜਦੋਂ ਨਮਸਕਾਰ ਕਰਦੇ ਇਹਨਾਂ ਬਚਨਾਂ ਨੂੰ ਵੀ ਨਮਸਕਾਰ ਕਰਦੇ ਹਾਂ। ਸਤਿਗੁਰੂ ਕਹਿੰਦੇ ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ। ਹਾਂਜੀ, ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ। ਸਤਿਗੁਰੂ ਕਹਿੰਦੇ ਤਿੰਨੇ ਹੀ ਮਾਇਆ ਦੇ ਪ੍ਰਭਾਵ ਵਿੱਚ ਨੇ। ਔਰ ਮਾਇਆ ਦੀਆਂ ਜੋ ਅਲਾਮਤਾਂ ਨੇ, ਜੋ ਕਮੀਆਂ ਨੇ ਮਨੁੱਖ ਦੇ ਜੀਵਨ ਅੰਦਰ, ਆਮ ਸਧਾਰਨ ਜੀਵਨ ਅੰਦਰ, ਉਹ ਇਹਨਾਂ ਵਿੱਚ ਵੀ ਨੇ। ਇਹ ਵੀ ਉਹਨਾਂ ਔਗਣਾਂ ਤੋਂ, ਮਾਇਆ ਦੇ ਉਹਨਾਂ ਪ੍ਰਭਾਵਾਂ ਅਧੀਨ ਰਹਿ ਕੇ ਇਹ ਵੀ ਬਿਮਾਰ ਨੇ। ਰੋਗੀ ਦਾ ਅਰਥ ਬਿਮਾਰ ਹੁੰਦਾ, ਪੀੜਤ ਹੁੰਦਾ, ਕਿਸੇ ਔਗਣ ਦਾ ਸ਼ਿਕਾਰ ਹੋ ਜਾਣਾ, ਕਿਸੇ ਵਾਸ਼ਨਾ ਦਾ ਸ਼ਿਕਾਰ ਹੋ ਜਾਣਾ, ਕਿਸੇ ਵਕਾਰ ਦਾ ਸ਼ਿਕਾਰ ਹੋ ਜਾਣਾ, ਉਹਨੂੰ ਰੋਗੀ ਕਹਿੰਦੇ ਆ ਅਸੀਂ। ਤੋ ਸਤਿਗੁਰੂ ਕਹਿੰਦੇ ਬ੍ਰਹਮਾ, ਵਿਸ਼ਨ, ਮਹਾਦੇਵ ਤ੍ਰੈ ਗੁਣ ਰੋਗੀ। ਅੱਗੇ ਸ਼ਬਦ ਵਰਤ ਵਿੱਚ ਹਉਮੈ ਕਾਰ ਕਮਾਈ। ਇਹ ਵੀ ਆਪਣੀ ਹਉਮੈ ਵਿੱਚ ਜੀਵੇ ਨੇ, ਹਉਮੈ 'ਚ ਇਹਨਾਂ ਨੇ ਆਪਣਾ ਜੀਵਨ ਜੀਵਿਆ। ਇਹ ਗੱਲ ਗੁਰੂ ਸਾਹਿਬ ਜੀ ਨੇ ਕਿਸੇ ਐਵੇਂ ਸੁਣੀ ਸੁਣਾਈ ਗੱਲ ਦੇ ਆਧਾਰ ਉੱਤੇ ਨਹੀਂ ਆਖੀ। ਜਿਹੜੇ ਪੁਰਾਣਾ ਨੇ ਇਹ ਗੱਲ ਕਹੀਏ ਵੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਬ੍ਰਹਮਾ, ਖਿਮਾ ਕਰਿਓ, ਉਹਨਾਂ ਪੁਰਾਣਾ ਨੇ ਇਹ ਗੱਲ ਵੀ ਆਖੀ ਹੈ ਵੀ ਬ੍ਰਹਮਾ ਆਪਣੀ ਬੱਚੀ ਉੱਤੇ ਮੋਹਿਤ ਹੋ ਜਾਂਦਾ ਹੈ, ਸ਼ਿਵ ਨੂੰ ਚੰਗਾ ਨਹੀਂ ਲੱਗਦਾ, ਉਹਦਾ ਸਿਰ ਕੱਟ ਲਿਆ ਜਾਂਦਾ ਹੈ। ਔਰ ਬ੍ਰਹਮ ਹੱਤਿਆ ਦਾ ਪਾਪ ਸ਼ਿਵ ਨੂੰ ਲੱਗਦਾ ਹੈ, ਤਾਂ ਉਹ ਕਪਾਲ, ਉਹ ਸਿਰ ਜਿਹੜਾ ਹੈ ਉਹ ਸ਼ਿਵ ਜੀ ਦੇ ਹੱਥ ਨਾਲ ਜੁੜ ਜਾਂਦਾ ਹੈ। ਔਰ ਉਹ ਤੀਰਥ ਭ੍ਰਮਤਾ ਲਹਿ ਨਾ ਪਾਰ ਰਹੀ, ਕਿਤੇ ਵੀ ਨਹੀਂ ਲੈਂਦਾ, ਥਾਂ ਥਾਂ ਤੇ ਉਹ ਜਾਂਦੇ ਨੇ। ਆਖਰ ਉਹ ਪਾਪ ਪਹਿੇਵੇ ਤੀਰਥ ਉੱਤੇ ਆ ਕੇ ਜਦੋਂ ਉਹ ਇਸ਼ਨਾਨ ਕਰਦੇ ਨੇ, ਪੁੰਨ ਦਾਨ ਪੂਜਾ ਪ੍ਰਤਿਸ਼ਠਾ ਯੱਗ ਕਰਦੇ ਨੇ, ਤਾਂ ਉੱਥੇ ਆ ਕੇ ਉਹ ਕਪਾਲ ਉਹਨਾਂ ਦੇ ਹੱਥ ਨਾਲ ਉਹ ਲੈਂਦਾ। ਅਜੀਬ ਬਾਤ ਹੈ। ਜਿਸ ਨੂੰ, ਇਹ ਹੁਣ ਪੁਜਾਰੀ ਦੀ ਗਲਤੀ ਹੈ ਸਭ ਤੋਂ ਵਧੇਰੇ ਗੌਰ ਕਰਨਾ। ਪੁਜਾਰੀ ਜਿਸ ਨੂੰ ਭਗਵਾਨ ਕਹਿ ਕੇ, ਜਿਸ ਉੱਤੇ ਸ਼ਰਧਾ ਰੱਖਣ ਲਈ ਦੁਨੀਆ ਨੂੰ ਪ੍ਰੇਰਨਾ ਕਰਦਾ ਹੈ,
ਪੁਜਾਰੀ ਅੰਦਰੋਂ ਇੰਨਾ ਖੋਖਲਾ ਹੈ ਵੀ ਉਸੇ ਹੀ ਪੂਜਾ ਕਰਵਾਏ ਜਾ ਰਹੇ ਭਗਵਾਨ ਦੇ ਨਾਮ ਦੇ ਨਾਲ ਉਹਨੇ ਇਹੋ ਜਿਹੀਆਂ ਕਹਾਣੀਆਂ ਉਹਨਾਂ ਹੀ ਪੁਰਾਣਾ 'ਚ ਲਿਖੀਆਂ। ਜਿਸ ਪੁਰਾਣ 'ਚ ਉਹਨੇ ਇਹ ਲਿਖਿਆ ਵੀ ਬ੍ਰਹਮਾ ਸ੍ਰਿਸ਼ਟੀ ਪੈਦਾ ਕਰਦਾ, ਉਸੇ ਪੁਰਾਣ ਵਿੱਚ ਉਹਨੇ ਇਹ ਵੀ ਕਹਿ ਦਿੱਤਾ ਵੀ ਬ੍ਰਹਮਾ ਦਾ ਆਹ ਕਿਰਦਾਰ ਹੈ। ਹੁਣ ਇਹ ਤਾਂ ਪੁਜਾਰੀ ਨੂੰ ਪੁੱਛਿਆ ਜਾ ਸਕਦਾ, ਪੁਰਾਣ ਲਿਖਣ ਵਾਲੇ ਨੂੰ ਪੁੱਛਿਆ ਜਾ ਸਕਦਾ, ਹੋਰ ਤਾਂ ਕੋਈ ਇਹਦਾ ਜਵਾਬ ਨਹੀਂ ਦੇ ਸਕਦਾ ਵੀ ਇਹ ਕਿਉਂ ਲਿਖੀ ਹੈ ਜਾਂ ਕਿਸ ਤਰ੍ਹਾਂ ਲਿਖੀ ਹੈ। ਗੁਰੂ ਸਾਹਿਬ ਜੀ ਨੇ ਤਾਂ ਕੇਵਲ ਹਵਾਲਾ ਮਾਤਰ ਸਾਡੇ ਨਾਲ ਗੱਲ ਕੀਤੀ ਹੈ ਵੀ ਤੁਸੀਂ ਆਪ ਅੰਦਾਜ਼ਾ ਲਾਓ ਕਿ ਇਹ ਮਨੁੱਖੀ ਗਲਤੀ ਨਹੀਂ ਹੈ। ਮਨੁੱਖ 'ਚ ਵੀ ਇਹੋ ਕਾਮ ਦੀ ਵਾਸ਼ਨਾ ਉੱਠਦੀ ਹੈ, ਮਨੁੱਖ ਦੇ ਅੰਦਰ ਵੀ ਕੁਝ ਐਸੇ ਖਿਆਲ ਉੱਠਦੇ ਨੇ, ਮਨੁੱਖ ਨੂੰ ਵੀ ਗੁੱਸਾ ਆਉਂਦਾ ਹੈ, ਮਨੁੱਖ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਪ੍ਰਭਾਵ ਪੈਂਦਾ ਹੈ। ਇਹ ਸਭ ਕਮਜ਼ੋਰੀਆਂ ਨੇ ਨਾ। ਤੋ ਜੇ ਅਗਰ ਮਨੁੱਖ ਡਾਵਾਂਡੋਲ ਹੋ ਜਾਂਦਾ ਕਿਧਰੇ ਵਿਕਾਰਾਂ ਵਿੱਚ ਤਾਂ ਇਹਨੂੰ ਅਸੀਂ ਕਹਿੰਦੇ ਮਨੁੱਖ ਦੀ ਕਮਜ਼ੋਰੀ ਹੈ। ਜੇ ਐਸੀ ਕਮਜ਼ੋਰੀ ਪੁਜਾਰੀ ਜਿਸ ਭਗਵਾਨ ਨਾਲ ਸਾਨੂੰ ਜੋੜ ਰਿਹਾ ਅਗਰ ਉਹਦੇ ਵਿੱਚ ਪੈਦਾ ਹੈ, ਉਹਦੇ ਵਿੱਚ ਮੌਜੂਦ ਹੈ, ਤਾਂ ਅੰਦਾਜ਼ਾ ਲਾਓ ਅਸੀਂ ਮਨੁੱਖ ਫਿਰ ਉਸ ਤੋਂ ਕੀ ਸੇਧ ਲਵਾਂਗੇ, ਸਾਨੂੰ ਕੀ ਪ੍ਰਾਪਤੀ ਹੋਏਗੀ, ਸਾਡਾ ਜੀਵਨ ਵਿਕਾਰਾਂ ਚੋਂ ਕਿਵੇਂ ਨਿਕਲ ਸਕਦਾ ਹੈ। ਫਿਰ ਜੇ ਸਾਨੂੰ ਬਚਾਉਣ ਵਾਲਾ ਹੀ ਵਿਕਾਰਾਂ ਦਾ ਸ਼ਿਕਾਰ ਹੈ, ਜਿਸ ਦੀ ਅਸੀਂ ਪੂਜਾ ਕਰ ਰਹੇ ਹਾਂ, ਜਿਸ ਨੂੰ ਨਮਸਕਾਰ ਕਰ ਰਹੇ ਹਾਂ, ਜਿਹਨੂੰ ਲੋਕ ਪਰਲੋਕ ਦਾ ਮਾਲਕ ਮੰਨ ਰਹੇ ਹਾਂ, ਜੇ ਉਹਦੇ ਵਿੱਚ ਹੀ ਇਹ ਔਗਣ ਨੇ ਜਿਹੜੇ ਆਮ ਸਧਾਰਨ ਮਨੁੱਖ ਵੀ ਜਿਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਫਿਰ ਸਾਡਾ ਭਲਾ ਕਿੱਥੇ ਹੋਏਗਾ। ਇਹ ਪ੍ਰਸ਼ਨ ਗੁਰਬਾਣੀ ਨੇ ਬਹੁਤ ਵੱਡਾ ਸਾਡੇ ਸਨਮੁਖ ਰੱਖਿਆ। ਤੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਾਵੇਂ ਉਹ ਬ੍ਰਹਮਾ ਦੀ ਗੱਲ ਹੈ, ਭਾਵੇਂ ਉਹ ਵਿਸ਼ਨੂੰ ਦੀ ਗੱਲ ਹੈ, ਭਾਵੇਂ ਉਹ ਮਹੇਸ਼ ਸ਼ਿਵ ਮਹਾਦੇਵ ਦੀ ਗੱਲ ਹੈ, ਸਭਨਾ ਦੇਵੀ ਦੇਵਤਿਆਂ ਦੀ ਹੋਂਦ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਾਨਤਾ ਨਹੀਂ ਦਿੰਦੇ ਹਨ। ਹਾਂ, ਪ੍ਰਚਲਿਤ ਅਰਥਾਂ ਦੇ ਵਿੱਚ ਸਤਿਗੁਰੂ ਜੀ ਨੇ ਇਹ ਨਾਮ ਬਾਣੀ 'ਚ ਵਰਤੇ ਨੇ, ਪਰ ਕਿਧਰੇ ਵੀ ਇਹਨਾਂ ਦੀ ਪੂਜਾ ਕਰਨ ਦੀ ਗੱਲ ਨਹੀਂ ਕੀਤੀ, ਕਿਧਰੇ ਵੀ ਇਹਨਾਂ ਨੂੰ ਰੱਬ ਮੰਨਣ ਦੀ ਗੱਲ ਨਹੀਂ ਕੀਤੀ, ਕਿਧਰੇ ਵੀ ਇਹਨਾਂ ਨੂੰ ਸ੍ਰਿਸ਼ਟੀ ਦਾ ਪ੍ਰਬੰਧ ਕਰਨ ਵਾਲੇ ਮਹਾਨ ਤਾਕਤਾਂ ਦੇ ਰੂਪ ਵਿੱਚ ਗੁਰਬਾਣੀ ਨੇ ਪ੍ਰਵਾਨ ਨਹੀਂ ਕੀਤਾ। ਸਤਿਗੁਰੂ ਜੀ ਦੀ ਬਾਣੀ ਨੇ ਤਾਂ ਸਾਨੂੰ ਸਗੋਂ ਇਹ ਗੱਲ ਆਖੀ ਹੈ, ਹਉ ਤੋ ਏਕ ਰਮਈਆ ਲੈਹੋਂ। ਭਗਤ ਨਾਮਦੇਵ ਸਾਹਿਬ ਕਹਿੰਦੇ ਨੇ, ਕਹਿੰਦੇ ਮੈਂ ਤਾਂ ਕੇਵਲ ਰਮਈਆ, ਸਾਰਿਆਂ ਵਿੱਚ ਵਸਦੇ ਹੋਏ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਹੀ ਚਿੱਤ ਜੋੜਦਾ ਹਾਂ, ਮੈਂ ਤਾਂ ਕੇਵਲ ਉਹਨੂੰ ਹੀ ਚਾਹੁੰਦਾ ਹਾਂ। ਆਨ ਦੇਵ ਬਦਲਾਵਨ ਦੈਹੋਂ, ਬਾਕੀ ਜਿਤਨੇ ਵੀ ਦੇਵੀ ਦੇਵਤੇ ਗੈਬੀ ਸ਼ਕਤੀਆਂ ਜੋ ਕੁਝ ਵੀ ਪੂਜਿਆ ਮੰਨਿਆ ਜਾ ਰਿਹਾ ਹੈ, ਉਹ ਸਾਰਾ ਕੁਝ ਇੱਕ ਅਕਾਲ ਪੁਰਖ ਦੀ ਯਾਦ ਤੋਂ ਮੈਂ ਸਦਕੇ ਕਰ ਦਿੰਦਾ ਹਾਂ, ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਤੋਂ ਕੁਰਬਾਨ ਕਰਦਾ ਹਾਂ ਮੈਂ ਸਾਰਾ ਕੁਝ, ਕਿਉਂਕਿ ਮੈਂ ਕੇਵਲ ਇੱਕ ਦੇ ਨਾਲ ਜੁੜਨ ਵਾਲਾ ਹਾਂ। ਇਸ ਲਈ ਬਾਣੀ 'ਚ ਫਰਮਾਇਆ, ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਸਤਿਗੁਰੂ ਕਹਿੰਦੇ, ਹੇ ਭਾਈ, ਲੋਕ ਪੂਜਦੇ ਹਨ, ਪਰ ਤੁਸੀਂ ਅੰਦਾਜ਼ਾ ਲਾਓ, ਮੰਨਦੇ ਹਨ, ਪਰ ਤੁਸੀਂ ਦੱਸੋ ਕਿਆ ਮੰਗੋ, ਮੈਂ ਇਹਨਾਂ ਕੋਲੋਂ ਕੀ ਮੰਗਾ, ਕਿਆ ਦੇ। ਹੁਣ ਇੰਦਰ ਦੀ ਪੂਜਾ ਕਰਕੇ ਜਿਸ ਨੂੰ ਸਵਰਗ ਦਾ ਰਾਜਾ ਆਖਿਆ ਜਾਂਦਾ ਹੈ, ਮਨੁੱਖ ਆ ਕੇ ਮੈਂ ਸਵਰਗ ਵਿੱਚ ਚਲਾ ਜਾਵਾਂ ਕਿਉਂਕਿ ਮੈਂ ਇੰਦਰ ਨੂੰ ਮੰਨ ਲਵਾਂ। ਹੁਣ ਪ੍ਰਸ਼ਨ ਹੈ, ਜਿਹੋ ਜਿਹਾ ਇੰਦਰ ਪੁਰਾਣਾ ਵਿੱਚ ਕਿਹਾ ਗਿਆ, ਗੱਲ ਉਸ ਦੀ ਚੱਲ ਰਹੀ ਹੈ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਪਗ ਹੋਏ ਤਾਮਨ ਪਛੋਤਾਇਆ। ਹੁਣ ਇਹ ਵੀ ਪੁਰਾਣਾ ਦੇ ਵਿੱਚ ਹੀ ਕਹਾਣੀ ਹੈ, ਗਾਥਾ ਹੈ ਵੀ ਅਗਰ ਉਸ ਦਾ ਕਿਰਦਾਰ ਐਸਾ ਹੈ ਵੀ ਇੱਕ ਰਿਸ਼ੀ ਦੀ ਪਤਨੀ ਉੱਤੇ ਉਹ ਮਾੜੀ ਨਜ਼ਰ ਰੱਖ ਰਿਹਾ ਇੰਦਰ, ਤਾਂ ਉਸ ਨੂੰ ਸ਼ਰਾਪ ਮਿਲਦਾ ਹੈ, ਸਹਿ ਸਰੀਰ ਚਿਹਨ ਪਗ ਹੋਏ, ਤਾਂ ਫਿਰ ਉਸ ਦਾ ਸ਼ਰਾਪ ਮੁਕਤ ਹੁੰਦਾ ਹੈ ਬਹੁਤ ਜ਼ਿਆਦਾ ਕਠਿਨਾਈ ਦੇ ਨਾਲ, ਮਿਹਨਤ ਦੇ ਨਾਲ। ਤਾਂ ਹੁਣ ਗੌਰ ਕਰਨਾ, ਅਗਰ ਐਸੀ ਕਮਜ਼ੋਰੀ ਇੰਦਰ ਦੇ ਵਿੱਚ ਹੈ, ਤੇ ਜਿਹੜਾ ਮਨੁੱਖ ਇਹ ਸੋਚਦਾ ਹੈ ਵੀ ਉਹ ਦੇਵਤੇ ਜਿਨ੍ਹਾਂ ਦੀ ਸ਼ਰਾਬ ਨੂੰ ਸੋਮਰਸ ਆਖਿਆ ਜਾਂਦਾ, ਜੋ ਨਰਤਕੀਆਂ ਦੇ ਨਾਚ ਵੇਖਦੇ ਹਨ, ਜਿਨ੍ਹਾਂ ਦੇ ਅੰਦਰ ਐਸੀਆਂ ਮਨੁੱਖੀ ਕਮਜ਼ੋਰੀਆਂ ਨੇ, ਪਰਾਈ ਔਰਤ ਵੱਲ ਤੱਕਦੇ ਹਨ, ਇੰਦਰ ਵਰਗੇ ਦੇਵ, ਤਾਂ ਅਗਰ ਮਨੁੱਖ ਸੋਚਦਾ ਐਸਾ ਜੀਵਨ ਮੈਨੂੰ ਮਿਲ ਜਾਏ, ਤਾਂ ਸਵਾਲ ਹੈ ਕਿ ਸੰਸਾਰ ਦੇ ਅੰਦਰ ਐਸਾ ਕਰਨ ਵਾਲੇ ਨੂੰ ਅਸੀਂ ਬੁਰਾਈ ਵਾਲਾ ਬੰਦਾ ਨਹੀਂ ਕਹਿੰਦੇ। ਅਗਰ ਆਮ ਸਮਾਜ ਵਿੱਚ ਕੋਈ ਐਸੀ ਘਿਰਣਾਯੋਗ ਹਰਕਤ ਕਰਦਾ ਹੈ, ਐਸਾ ਮਾੜਾ ਕਿਰਦਾਰ ਵਾਲਾ ਹੁੰਦਾ ਹੈ, ਉਸ ਨੂੰ ਕੋਈ ਚੰਗਾ ਚਾਹੁੰਦਾ, ਸ਼ਰਾਬੀ ਕਬਾਬੀ ਆਦਮੀ ਹੋਵੇ, ਮੰਦੀ ਨਜ਼ਰ ਰੱਖਣ ਵਾਲਾ ਮਾੜੇ ਕਿਰਦਾਰ ਵਾਲਾ ਆਦਮੀ ਹੋਵੇ, ਸਮਾਜ ਵਿੱਚ ਕੋਈ ਉਸ ਨੂੰ ਚੰਗਾ ਨਹੀਂ ਚਾਹੁੰਦਾ, ਉਸ ਤੇ ਪਰਦਾ ਪਾਏਗਾ, ਉਸ ਤੋਂ ਦੂਰੀ ਬਣਾਏਗਾ, ਉਸ ਤੋਂ ਪਾਸੇ ਰਹਿਣ ਦੀ ਕੋਸ਼ਿਸ਼ ਕਰੇਗਾ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਸੋਚੋ ਇੱਕ ਆਮ ਇਨਸਾਨ ਦੀ ਹੈਸੀਅਤ ਨਾਲ ਕਿ ਕੀ ਐਸੇ ਦੇਵਤੇ ਬਣਨ ਦੀ ਸਾਡੀ ਲਾਲਸਾ ਹੋਣੀ ਚਾਹੀਦੀ ਹੈ, ਜਾਂ ਐਸੀ ਜਗ੍ਹਾ ਐਸੇ ਸਵਰਗ ਵਿੱਚ ਜਾਣ ਦੀ ਸਾਡੀ ਇੱਛਾ ਹੋਣੀ ਚਾਹੀਦੀ ਹੈ? ਬਿਲਕੁਲ ਨਹੀਂ ਹੋਣੀ ਚਾਹੀਦੀ, ਕਿਉਂਕਿ ਗੁਰਬਾਣੀ ਤਾਂ ਉਚੇਰੇ ਕਿਰਦਾਰ ਦੀ ਗੱਲ ਕਰ ਰਹੀ ਹੈ। ਐਸੇ ਵਿਅਕਤੀ ਨੂੰ ਤਾਂ ਆਮ ਸਮਾਜ ਵਿੱਚ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ।
ਹੁਣ ਇਹ ਕਹਾਣੀਆਂ ਜੋ ਹਨ, ਇਹ ਪੁਰਾਣ ਦੇ ਵਿੱਚ ਜੋ ਪੁਰਾਣਵਾਦੀ ਵਿਚਾਰਧਾਰਾ ਵਾਲੇ ਨੇ ਉਹ ਮੰਨ ਵੀ ਰਹੇ ਨੇ ਔਰ ਉਹਨਾਂ ਨੂੰ ਪੂਜ ਵੀ ਰਹੇ ਨੇ। ਪ੍ਰਸ਼ਨ ਕੇਵਲ ਇੰਨਾ ਹੈ ਵੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਕਹਿੰਦੇ ਨੇ, ਹੇ ਮਨੁੱਖ, ਜੇ ਤੂੰ ਆਪਣੇ ਕਿਰਦਾਰ ਨੂੰ ਸਵਾਰਨਾ ਹੈ ਤਾਂ ਸਵਾਲ ਇਹ ਹੈ ਵੀ ਜਿਸ ਮਨੁੱਖ ਦੇ ਕਿਰਦਾਰ ਵਿੱਚ ਇੰਨੀਆਂ ਗਲਤੀਆਂ ਨੇ, ਉਹ ਤੇਰਾ ਹੀਰੋ ਜਾਂ ਨਾਇਕ ਕਿਵੇਂ ਬਣ ਸਕਦਾ ਹੈ? ਹੁਣ ਧਿਆਨ ਦੇਣਾ, ਬਹਾਦਰ ਆਦਮੀ ਦਾ ਨਾਇਕ ਕਦੇ ਕਮਜ਼ੋਰ ਨਹੀਂ ਹੋ ਸਕਦਾ। ਚੰਗੇ ਚਾਲ ਚੱਲਣ ਵਾਲੇ ਆਦਮੀ ਦਾ ਨਾਇਕ ਜਿਹੜਾ ਹੈ ਉਹ ਕਦੇ ਮਾੜੇ ਕਿਰਦਾਰ ਵਾਲਾ ਵੱਧ ਚੱਲਣ ਨਹੀਂ ਹੋ ਸਕਦਾ। ਸੱਚ ਬੋਲਣ ਵਾਲੇ ਦਾ ਨਾਇਕ ਜਿਹੜਾ ਹੈ ਉਹ ਕਦੇ ਵੀ ਝੂਠ ਬੋਲਣ ਵਾਲਾ ਨਹੀਂ ਬਣ ਸਕਦਾ, ਸੱਚ ਬੋਲਣ ਵਾਲਾ ਹੀ ਬਣ ਸਕਦਾ ਹੈ। ਅਸੀਂ ਹਮੇਸ਼ਾ ਆਦ ਕਾਲ ਤੋਂ ਮਨੁੱਖ ਉਹਨਾਂ ਵਿਅਕਤੀਆਂ ਦੇ ਜੀਵਨ ਤੋਂ ਸੇਧ ਲੈਂਦਾ ਆਇਆ ਜਿਨ੍ਹਾਂ ਦੇ ਜੀਵਨ ਵਿੱਚ ਕੋਈ ਚੰਗਿਆਈ ਮਨੁੱਖ ਨੇ ਵੇਖੀ ਹੈ। ਉਹਨਾਂ ਦੀ ਚੰਗਿਆਈ ਵੱਲ ਵੇਖ ਕੇ ਮਨੁੱਖ ਨੇ ਜੀਣਾ ਸਿੱਖਿਆ। ਚੰਗਾ ਕਮਾਉਣ ਦੀ ਮਨੁੱਖ ਦੇ ਅੰਦਰ ਉਤਸ਼ਾਹ, ਪ੍ਰੇਰਨਾ, ਜੁਰਤ ਪੈਦਾ ਹੋਈ ਹੈ। ਸਦੀਆਂ ਤੋਂ ਹਰ ਵੇਲੇ ਜਿੱਥੇ ਵੀ ਉਦਾਹਰਣ ਦਿੱਤੀ ਗਈ ਹੈ, ਚੰਗੇ ਬਣਨ ਦੀ ਕਿਸੇ ਚੰਗੀ ਘਟਨਾ ਨੂੰ ਵੇਖ ਕੇ ਦਿੱਤੀ ਗਈ ਹੈ। ਅਸੀਂ ਆਮ ਜਨ ਸਧਾਰਨ ਬੰਦੇ ਵੀ ਬੜੇ ਔਗਣਾਂ ਨਾਲ ਭਰੇ ਹੋਏ ਹਾਂ। ਸਾਡੇ 'ਚ ਬੜੀਆਂ ਗਲਤੀਆਂ ਨੇ, ਬੜੀਆਂ ਖਾਮੀਆਂ ਨੇ, ਬੜੇ ਔਗਣ ਨੇ, ਬੜੀ ਪੈਰ ਤੇ ਥਿੜਕਦੇ ਗਲਤੀਆਂ ਕਰਦੇ ਹਾਂ ਅਸੀਂ। ਪਰ ਜਿੱਥੇ ਕੋਈ ਸਾਡੇ ਵਿੱਚੋਂ ਵੀ ਕੋਈ ਚੰਗਾ ਕੰਮ ਕਰੇ, ਉਹਦੀ ਉਦਾਹਰਣ ਬਾਕੀ ਮਨੁੱਖ ਦਿੰਦੇ ਨੇ, ਵੇਖੋ ਫਲਾਣੇ ਮਨੁੱਖ ਨੇ ਆ ਚੰਗਾ ਕੰਮ ਕੀਤਾ, ਉਸ ਤੋਂ ਕੁਝ ਸਿੱਖਿਆ ਲੈਣੀ ਚਾਹੀਦੀ ਹੈ। ਕਦੇ ਅਸੀਂ ਮਾੜੇ ਕੰਮ ਦੀ ਉਦਾਹਰਣ ਦੇ ਕੇ ਕਿਸੇ ਨੂੰ ਚੰਗਾ ਬਣਨ ਦੀ ਪ੍ਰੇਰਨਾ ਕਰ ਸਕਦੇ ਹਾਂ? ਨਹੀਂ। ਮਾੜੇ ਕੰਮ ਦੇ ਨਿਕਲੇ ਹੋਏ ਨਤੀਜੇ ਤੋਂ ਤਾਂ ਜ਼ਰੂਰ ਕੋਈ ਸੇਧ ਲੈਂਦਾ ਹੋਏਗਾ, ਪਰ ਜੇ ਕੋਈ ਇਹ ਗੱਲ ਆ ਕੇ ਵੇਖੋ ਫਲਾਣਾ ਚੋਰੀ ਬੜੀ ਵਧੀਆ ਕਰਦਾ ਹੈ, ਇਸ ਕਰਕੇ ਤੁਸੀਂ ਇਮਾਨਦਾਰ ਬਣੋ, ਕਦੇ ਇਸ ਤਰ੍ਹਾਂ ਦੀ ਉਦਾਹਰਣ ਕੋਈ ਦਿੰਦਾ ਦੇਖਿਆ ਤੁਸੀਂ? ਕੋਈ ਆ ਕੇ ਫਲਾਣਾ ਮਨੁੱਖ ਸ਼ਰਾਬ ਪੀ ਪੀ ਕੇ ਉਸਨੇ ਆਪਣੇ ਫੇਫੜੇ ਗਾਲ ਲਏ ਨੇ, ਕਿਡਨੀਆਂ ਗਾਲ ਲਈਆਂ, ਉਹ ਮਰਨ ਕਿਨਾਰੇ ਪਿਆ, ਵੇਖੋ ਤੁਸੀਂ ਉਸ ਵਿਅਕਤੀ ਦੀ ਕਿੱਡੀ ਵੱਡੀ ਮਹਾਨਤਾ ਹੈ ਵੀ ਉਹਨੇ ਸਾਰੀ ਜ਼ਿੰਦਗੀ ਸ਼ਰਾਬ ਨਹੀਂ ਛੱਡੀ, ਸਰੀਰ ਦੀ ਪਰਵਾਹ ਨਹੀਂ ਕੀਤੀ। ਤੁਸੀਂ ਇਹੋ ਜਿਹੇ ਬਹਾਦਰ ਬਣਿਓ। ਕਦੇ ਐਸੇ ਵਿਅਕਤੀ ਵੱਲ ਵੇਖ ਕੇ ਕਿਸੇ ਨੇ ਬਹਾਦਰੀ ਦੀ ਮਿਸਾਲ ਦਿੱਤੀ ਹੈ? ਨਹੀਂ, ਇਹ ਬਹਾਦਰੀ ਨਹੀਂ, ਮੂਰਖਤਾਈ ਸੀ। ਫਰਕ ਹੈ। ਇਹ ਉਹਦਾ ਚੰਗਾ ਪੱਖ ਨਹੀਂ, ਉਹਦਾ ਮਾੜਾ ਪੱਖ ਹੈ ਵੀ ਉਹ ਇੰਨਾ ਲਾਪਰਵਾਹ ਕਿਸਮ ਦਾ ਆਦਮੀ ਹੈ, ਉਹ ਇੰਨਾ ਆਪਣੇ ਚਸਕਿਆਂ ਦਾ ਗਰਸਿਆ ਤੇ ਗੁਲਾਮ ਆਦਮੀ ਹੈ, ਜਿਸ ਨੇ ਆਪਣੇ ਇੱਕ ਚਸਕੇ ਲਈ ਆਪਣੀ ਜ਼ਿੰਦਗੀ ਕੀਮਤੀ ਦਾਅ ਤੇ ਲਾ ਸੁੱਟੀ ਏ, ਜਿਹਦੇ ਨਾਲ ਉਹਦਾ ਆਪਣਾ ਭਲਾ ਹੋਇਆ, ਨਾ ਪਰਿਵਾਰ ਦਾ ਨਾ ਸਮਾਜ ਦਾ ਭਲਾ। ਐਸੇ ਆਦਮੀ ਨੂੰ ਕੋਈ ਬਹਾਦਰ ਆਖਣ ਦੀ ਗਲਤੀ ਨਹੀਂ ਕਰੇਗਾ। ਤੋ ਉਦਾਹਰਣ ਦਾ ਪੱਖ ਵੀ ਹਮੇਸ਼ਾ ਚੰਗਾ ਲਿਆ ਜਾਂਦਾ ਹੈ। ਉਦਾਹਰਣ ਵੀ ਚੰਗੇ ਬਣਨ ਵਾਸਤੇ ਚੰਗੀ ਹੀ ਦਿੱਤੀ ਜਾਂਦੀ ਹੈ, ਮਾੜੀ ਨਹੀਂ ਦਿੱਤੀ ਜਾਂਦੀ। ਤੋ ਇਹ ਜੋ ਉਦਾਹਰਣਾਂ ਨੇ ਜੋ ਪੁਰਾਣਾਂ ਦੀਆਂ ਕਥਾਵਾਂ ਦੇ ਵਿੱਚ ਪੁਜਾਰੀਆਂ ਨੇ ਲਿਖ ਦਿੱਤੀਆਂ ਨੇ, ਤੋ ਇਹਨਾਂ ਕਥਾਵਾਂ ਨੂੰ ਸਾਹਮਣੇ ਰੱਖ ਕੇ ਦੇਖੋ, ਅਗਰ ਸਮਾਜ ਤੁਸੀਂ ਉਸਾਰਨਾ ਹੈ ਤੇ ਕਿਹੋ ਜਿਹਾ ਬਣਨਾ ਚਾਹੀਦਾ? ਕਿ ਸਾਡਾ ਸਮਾਜ ਇਹਨਾਂ ਗੱਲਾਂ ਨੂੰ ਪ੍ਰਵਾਨ ਕਰੇਗਾ? ਕਿ ਇਹਨਾਂ ਗੱਲਾਂ ਨੂੰ ਸਾਹਮਣੇ ਰੱਖ ਕੇ ਜਾਂ ਇਹਨਾਂ ਗੱਲਾਂ ਨੂੰ ਮਾਨਤਾ ਦੇ ਕੇ ਕਿ ਸਾਡੇ ਸਮਾਜ ਵਿੱਚ ਕੋਈ ਚੰਗਿਆਈ ਪੈਦਾ ਹੋ ਸਕਦੀ ਹੈ, ਮਨੁੱਖ ਮਾਤਰ ਦਾ ਕੋਈ ਭਲਾ ਹੋ ਸਕਦਾ ਹੈ, ਕੋਈ ਪਰਿਵਾਰਕ ਸੰਬੰਧ ਚੰਗੇ ਬਣ ਸਕਦੇ ਨੇ? ਨਹੀਂ ਬਣ ਸਕਦੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਇਹ ਸਾਰੀਆਂ ਵਿਚਾਰਾਂ ਸਨ। ਇਸ ਲਈ ਗੁਰੂ ਮਹਾਰਾਜ ਨੇ ਨਾ ਤਾਂ ਸਾਰੀ ਗੁਰਬਾਣੀ 'ਚ ਧਿਆਨ ਦੇਣਾ, ਫਿਰ ਮੈਂ ਦੁਹਰਾ ਰਿਹਾ ਇਸ ਗੱਲ ਨੂੰ ਤਾਂ ਕਿ ਪੱਕੀ ਤਰ੍ਹਾਂ ਇਹ ਗੱਲ ਸਾਡੀ ਸਮਝ ਵਿੱਚ ਆ ਜਾਏ। ਗੁਰਬਾਣੀ 'ਚ ਨਾਮ ਜ਼ਰੂਰ ਵਰਤੇ ਨੇ, ਬ੍ਰਹਮਾ ਦਾ, ਵਿਸ਼ਨੂੰ ਦਾ, ਸ਼ਿਵ ਦਾ, ਇੰਦਰ ਦਾ, ਪਰ ਇਹ ਨਾਮ ਉਦਾਹਰਨਾਂ ਵਾਸਤੇ ਵਰਤੇ ਨੇ। ਇਹਨਾਂ ਨੂੰ ਗੁਰਬਾਣੀ ਨੇ ਆਪਣੇ ਨਿੱਜੀ ਤੌਰ ਤੇ ਕੋਈ ਮਾਨਤਾ ਨਹੀਂ ਦਿੱਤੀ। ਇਹਨਾਂ ਦੀ ਪੂਜਾ ਕਰਨ ਦੀ ਕਿਧਰੇ ਵੀ ਗੱਲ ਸਤਿਗੁਰੂ ਨੇ ਬਾਣੀ 'ਚ ਨਹੀਂ ਆਖੀ। ਇਹਨਾਂ ਸਭਨਾਂ ਨੂੰ ਰੱਬ ਦੇ ਸਮਾਨ ਨਹੀਂ ਮੰਨਿਆ, ਜਾਂ ਰੱਬ ਤੋਂ ਬਾਅਦ ਵੀ ਕੋਈ ਪਹਿਲੇ ਦੂਜੇ ਦਰਜੇ ਤੇ ਨਹੀਂ ਮੰਨਿਆ। ਬਸ ਇੱਕ ਪ੍ਰਚਲਿਤ ਉਦਾਹਰਣ, ਕਿਉਂਕਿ ਸਮਾਜ ਇਹਨਾਂ ਗੱਲਾਂ ਨੂੰ ਮੰਨ ਰਿਹਾ ਸੀ, ਤਾਂ ਉਹਨਾਂ ਦੀ ਉਦਾਹਰਣ ਦੇ ਕੇ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਸਨ। ਉਦਾਹਰਣ ਉਹੀ ਦਿੱਤੀ ਜਾਂਦੀ ਹੈ ਜਿਹੜੀ ਲੋਕਾਂ ਦੇ ਸਭ ਤੋਂ ਵੱਧ ਨੇੜੇ ਹੋਵੇ। ਧਿਆਨ ਦੇਣਾ। ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਨਾ ਤਾਂ ਇਹਨਾਂ ਦੀ ਪੂਜਾ ਦੀ ਗੱਲ ਕਰਦੇ ਨੇ, ਨਾ ਮਾਨਤਾ ਦੀ ਗੱਲ ਕਰਦੇ ਨੇ, ਨਾ ਇਹਨਾਂ ਨੂੰ ਪੂਜਣ ਦੀ ਵਕਾਲਤ ਕਰਦੇ ਨੇ, ਨਾ ਇਹਨਾਂ ਨੂੰ ਕੋਈ ਰੱਬ ਮੰਨਦੇ ਨੇ, ਨਾ ਇਹਨਾਂ ਨੂੰ ਰੱਬ ਤੋਂ ਦੂਜੇ ਦਰਜੇ ਦੀ ਕੋਈ ਗੱਲ ਮੰਨਦੇ ਨੇ। ਸਗੋਂ ਸਤਿਗੁਰੂ ਤੇ ਸਾਨੂੰ ਸਾਰਿਆਂ ਨੂੰ ਬੜੀ ਦ੍ਰਿੜਤਾ ਨਾਲ ਇਹ ਗੱਲ ਆਖਦੇ ਨੇ, ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ। ਮੈਂ ਇਹਨਾਂ ਕੋਲੋਂ ਮੰਗਾ ਕੀ ਹੈ ਇਹਨਾਂ ਕੋਲ ਜੋ ਮੈਨੂੰ ਘਾਟ ਹੈ ਤੇ ਮੈਂ ਇਹਨਾਂ ਕੋਲੋਂ ਮੰਗ ਲਵਾਂ? ਤੇ ਮੈਨੂੰ ਇਹ ਦੇ ਵੀ ਕੀ ਸਕਦੇ ਨੇ? ਕਿਉਂਕਿ ਪੁਜਾਰੀ ਆਪ ਹੀ ਦੱਸ ਰਿਹਾ ਪੁਰਾਣਾ ਵਿੱਚ ਵੀ ਇਹਨਾਂ 'ਚ ਵੀ ਉਹ ਗਲਤੀਆਂ ਨੇ ਜਿਹੜੀਆਂ ਆਮ ਸੰਸਾਰ ਦਾ ਬੰਦਾ ਵੀ ਕਰੇ ਤੇ ਉਹਨੂੰ ਘਿਰਣਾ ਦੀ ਨਜ਼ਰ ਨਾਲ ਵੇਖਿਆ ਜਾਂਦਾ, ਚੰਗਾ ਨਹੀਂ ਸਮਝਿਆ ਜਾਂਦਾ।
ਜਿਨ੍ਹਾਂ ਤੋਂ ਬਚਣ ਵਾਸਤੇ ਅਸੀਂ ਇੱਕ ਦੂਜੇ ਨੂੰ ਹਮੇਸ਼ਾ ਪ੍ਰੇਰਨਾ ਕਰਦੇ ਰਹਿੰਦੇ ਹਾਂ ਔਰ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਨਾ ਹੋਵੇ ਇਹ ਗਲਤੀ, ਨਾ ਹੋਵੇ ਇਹ ਗਲਤੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਹਣ ਨੀਰ ਪਖਾਲੀਏ ਪਾਈ ਜਲ ਮੈਂ ਬੂਢੇ ਤੇ। ਤੋ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਬੜਾ ਕੀਮਤੀ ਆਖਿਆ, ਮੇਰੇ ਮਨ ਇੱਕ ਸਸਿਉ ਚਿਤ ਲਾਏ। ਇੱਕ ਅਕਾਲ ਪੁਰਖ ਨਾਲ ਸਾਂਝ ਬਣਾ, ਸੁਰਤ ਜੋੜ। ਇੱਕ ਅਕਾਲ ਪੁਰਖ ਦੇ ਜੋ ਗੁਣ ਨੇ, ਨਿਰਵੈਰ ਹੋਣਾ, ਨਿਰਭਉ ਹੋਣਾ, ਉਸ ਅਕਾਲ ਪੁਰਖ ਵਿੱਚ ਜੋ ਦਇਆ ਹੈ, ਜੋ ਪਿਆਰ ਹੈ, ਜੋ ਸਾਰੀ ਖਲਕਤ ਨੂੰ ਪੈਦਾ ਕਰਕੇ ਸਭਨਾਂ 'ਚ ਸਮਾਉਣ ਦੀ ਗੱਲ ਹੈ, ਇਹ ਜਿਤਨੇ ਵੀ ਗੁਣ ਉਸ ਅਕਾਲ ਪੁਰਖ ਦੇ ਨੇ, ਹੀ ਮੇਰੇ ਮਨ ਇਹਨਾਂ ਗੁਣਾਂ ਦਾ ਚਿੰਤਨ ਕਰ, ਧਿਆਨ ਕਰ, ਇਹਨਾਂ ਨੂੰ ਗ੍ਰਹਿਣ ਕਰ। ਮੇਰੇ ਮਨ ਏਕਸ ਸਿਉ ਚਿਤ ਲਾਏ, ਏਕਸ ਬਿਨ ਸਭ ਤੰਦ ਹੈ। ਕਿੱਡੀ ਵੱਡੀ ਗੱਲ ਗੁਰੂ ਦੇਵ ਨੇ ਕਹਿ ਦਿੱਤੀ। ਉਹ ਸਿੱਖ ਤੋਂ ਬਿਨਾਂ ਬਾਕੀ ਸਭ ਮਾਇਆ ਦੇ ਵਹਿਮ ਭਰਮ ਦੇ ਨਾਂ ਤੇ ਖੁੱਲੀਆਂ ਹੋਈਆਂ ਦੁਕਾਨਾਂ ਤੇ ਧੰਦੇ ਹਨ, ਸਭ ਮਿਥਿਆ, ਸਭ ਵਿਅਰਥ ਹਨ। ਇਹ ਗੱਲਾਂ ਸਭ ਵਿਅਰਥ ਹਨ। ਬਾਕੀ ਸਭ ਵਿਚਾਰਾਂ ਮੋਹ ਮਾਏ, ਇਹ ਮਾਇਆ ਦੇ ਮੋਹ 'ਚ ਫਸਾਉਣ ਵਾਲੀਆਂ, ਅਗਿਆਨਤਾ ਦੇ ਵਿੱਚ ਸਾਨੂੰ ਲੈ ਜਾਣ ਵਾਲੀਆਂ, ਵਹਿਮਾਂ ਭਰਮਾਂ 'ਚ ਫਸਾ ਦੇਣ ਵਾਲੀਆਂ, ਕਰਮ ਕਾਂਡਾਂ ਦੀ ਜਿਲਣ ਵਿੱਚ ਸੁੱਟਣ ਵਾਲੀਆਂ ਗੱਲਾਂ ਹਨ। ਤਾਂ ਬਾਣੀ ਦੇ ਕੁਝ ਐਸੇ ਸੁਨੇਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਜੋ ਜੋਗ ਮਤ ਜਾਂ ਪੌਰਾਣਿਕ ਕਥਾਵਾਂ ਦੀ ਉਦਾਹਰਣ ਉਹ ਦਿੰਦੇ ਨੇ। ਸਭ ਤੋਂ ਪਹਿਲਾਂ ਕਹਿੰਦੇ ਨੇ, ਏਕਾ ਮਾਈ, ਇੱਕ ਮਾਇਆ ਹੈ, ਇਕੱਲੀ ਮਾਇਆ। ਵੇਖੋ, ਏਕਾ ਦਾ ਅਰਥ ਹੈ ਇਕੱਲੀ, ਮਾਈ ਦਾ ਅਰਥ ਹੈ ਮਾਇਆ। ਕਿਸੇ ਤਰੀਕੇ ਨਾਲ ਜੁਗਤ, ਜੁਗਤ ਦਾ ਅਰਥ ਹੈ ਕਿਸੇ ਢੰਗ ਨਾਲ, ਕਿਸੇ ਜੁਗਤੀ ਨਾਲ ਵਿਆਹੀ, ਪ੍ਰਸੂਤ ਹੋਈ। ਤਿੰਨ ਚੇਲੇ ਪ੍ਰਵਾਨ, ਉਸ ਤੋਂ ਪ੍ਰਤੱਖ ਰੂਪ ਵਿੱਚ ਤਿੰਨ ਚੇਲੇ ਉਸਦੇ ਪੈਦਾ ਹੋਏ। ਉਸਨੇ ਅੱਗੇ ਤ੍ਰੈ ਦੇਵ ਨੂੰ ਜਨਮ ਦਿੱਤਾ। ਉਹਨਾਂ 'ਚੋਂ ਸੀ ਇੱਕ ਸੰਸਾਰੀ, ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ, ਇੱਕ ਭੰਡਾਰੀ, ਇੱਕ ਸੰਸਾਰ ਦੀ ਕਾਰ ਚਲਾਉਣ ਵਾਲੇ ਦਾ ਪ੍ਰਬੰਧ ਕਰਨ ਵਾਲਾ ਵਿਸ਼ਨ, ਔਰ ਤੀਸਰਾ ਸੀ ਇੱਕ ਲਾਏ ਦੀ ਬਾਣ, ਤੀਸਰਾ ਸੀ ਇਸ ਸੰਸਾਰ ਨੂੰ ਨਾਸ਼ ਕਰਨ ਵਾਲਾ ਘਾਲਕ, ਪਰਲੋ ਦਾ ਦੇਵਤਾ, ਜਿਸ ਨੂੰ ਸ਼ਿਵ ਆਖਿਆ ਜਾਂਦਾ। ਦੀਵਾਨ ਦਾ ਅਰਥ ਹੁੰਦਾ ਕਚਹਿਰੀ ਲਾਉਣ ਵਾਲਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਹ ਵਿਚਾਰ ਪੁਰਾਣਵਾਦੀਆਂ ਦਾ ਵਿਚਾਰ ਹੈ ਜਿਹੜਾ ਇੱਥੇ ਦਿੱਤਾ ਹੈ, ਤੇ ਅੱਗੇ ਹੁਣ ਆਪਣਾ ਵਿਚਾਰ ਸਤਿਗੁਰੂ ਅਗਲੇਰੀਆਂ ਦੋ ਪੰਕਤੀਆਂ ਵਿੱਚ ਸਾਨੂੰ ਦ੍ਰਿੜ ਕਰਵਾ ਰਹੇ ਨੇ। ਕਹਿੰਦੇ ਨੇ, ਹਜ਼ੂਰ ਨਹੀਂ, ਇਹ ਨਹੀਂ ਚਲਾ ਰਹੇ ਹਨ ਕੁਦਰਤ ਨੂੰ। ਕੌਣ ਚਲਾ ਰਿਹਾ? ਜਿਵ ਤਿਸ ਭਾਵੈ। ਜਿਵੇਂ ਉਸ ਤਿਸ ਸ਼ਬਦ ਜਿਹੜਾ ਸਤਿਗੁਰੂ ਨੇ ਅਕਾਲ ਪੁਰਖ ਬਾਬਤ ਵਰਤਿਆ। ਤਿਸ ਸ਼ਬਦ ਜਿਹੜਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਵੱਲ ਇਸ਼ਾਰਾ ਕਰਕੇ ਵਰਤਿਆ, ਕਿਉਂਕਿ ਸਾਰੀ ਬਾਣੀ ਦੇ ਅੰਦਰ ਸਤਿਗੁਰੂ ਸਭ ਤੋਂ ਵੱਡੀ ਹਸਤੀ ਕੇਵਲ ਅਕਾਲ ਪੁਰਖ ਨੂੰ ਹੀ ਮੰਨ ਰਹੇ ਨੇ। ਔਰ ਜਪ ਬਾਣੀ 'ਚ ਤਾਂ ਇਹ ਗੱਲ ਬੜੀ ਸਪਸ਼ਟ ਹੈ। ਤੋ ਮਹਾਰਾਜ ਤਿਸ ਸ਼ਬਦ ਅਕਾਲ ਪੁਰਖ ਲਈ ਵਰਤਦਿਆਂ ਕਹਿੰਦੇ, ਜਿਵੇਂ ਤਿਸ ਭਾਵੈ, ਤਿਸ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਵੇਂ ਭਾਉਂਦਾ ਹੈ, ਭਾਵ ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਦਾ ਬਣਾਇਆ ਹੋਇਆ ਹੁਕਮ ਹੈ, ਤਿਵੇਂ ਉਹ ਸਾਰੇ ਸੰਸਾਰ ਨੂੰ ਚਲਾ ਰਿਹਾ। ਇਹ ਨਹੀਂ ਚਲਾ ਰਿਹਾ, ਉਹਦਾ ਹੁਕਮ ਚਲਾ ਰਿਹਾ। ਇੱਕ ਨਿਯਮ ਵਿੱਚ ਕੁਦਰਤ ਚੱਲ ਰਹੀ ਹੈ, ਇੱਕ ਬ੍ਰਹਿਮੰਡ ਵਿੱਚ ਸਮੁੱਚਾ ਸੰਸਾਰ ਹੈ। ਸਤਿਗੁਰੂ ਜੀ ਆਖਦੇ ਨੇ, ਤਿਵੇਂ ਚਲਾਵੈ ਜਿਮ ਹੋਵੈ ਫਰਮਾਨ। ਜਿਵੇਂ ਉਹਦਾ ਹੁਕਮ ਹੈ, ਜਿਵੇਂ ਉਹਦੀ ਰਜ਼ਾ ਹੈ, ਜਿਵੇਂ ਉਹਦੀ ਮਰਜ਼ੀ ਹੈ, ਤਿਸ ਮੁਤਾਬਕ ਹੀ ਇਹ ਸੰਸਾਰ ਦਾ ਸਮੁੱਚਾ ਪਸਾਰਾ ਆਪਣੀ ਕਿਰਿਆ ਕਰ ਰਿਹਾ। ਸੰਸਾਰ ਦਾ ਸਮੁੱਚਾ ਪਸਾਰਾ ਚੱਲ ਰਿਹਾ। ਸੰਸਾਰ ਦੀ ਸਮੁੱਚੀ ਹੋਂਦ ਬਣੀ ਹੈ, ਚੱਲ ਰਹੀ ਹੈ, ਔਰ ਨਿਰੰਤਰ ਆਪਣੀ ਕਿਰਿਆ ਕਰ ਰਹੀ ਹੈ। ਸਤਿਗੁਰੂ ਆਖਦੇ, ਕੋਈ ਹੋਰ ਗੈਬੀ ਸ਼ਕਤੀ ਇਹਨੂੰ ਨਹੀਂ ਚਲਾ ਰਹੀ। ਅੱਜ ਵਿਗਿਆਨ ਨੇ ਗੱਲਾਂ ਕਹਿੰਦਾ, ਮੀਂਹ ਪੈਂਦਾ ਤੇ ਉਹ ਇੱਕ ਨਿਯਮ ਵਿੱਚ, ਕੁਦਰਤ ਵਿੱਚ ਇਸ ਤਰ੍ਹਾਂ ਬੱਦਲ ਬਣਦੇ ਨੇ, ਇਸ ਢੰਗ ਨਾਲ ਵਰਖਾ ਹੁੰਦੀ ਹੈ, ਹਵਾ ਦੇ ਝੌਂਕੇ ਆਉਂਦੇ ਨੇ। ਇਹ ਜਿਤਨਾ ਵੀ ਹੈ ਸੰਸਾਰ ਦਾ ਸਮੁੱਚਾ ਪਸਾਰਾ, ਇਹ ਗੱਲਾਂ ਕਿਵੇਂ ਮਨੁੱਖ ਨੂੰ ਸਮਝ ਆਈਆਂ? ਜਿਉਂ-ਜਿਉਂ ਮਨੁੱਖ ਨੇ ਆਪਣੀ ਚੇਤਨਾ ਦੇ ਨਾਲ, ਆਪਣੇ ਗਿਆਨ 'ਚ ਵਾਧਾ ਕਰਦਿਆਂ, ਖੋਜ ਬਿਰਤੀ ਦੇ ਨਾਲ ਕੁਦਰਤ ਦੇ ਨੇੜੇ ਹੋ ਕੇ ਜਾਣਨ ਦੀ ਕੋਸ਼ਿਸ਼ ਕੀਤੀ, ਆ ਕਿਵੇਂ ਹੋ ਰਿਹਾ, ਕਿਵੇਂ ਹੋ ਰਿਹਾ, ਤਾਂ ਸਮਝ ਪੈ ਰਹੀ ਹੈ ਵੀ ਮਨੁੱਖ ਨੇ ਇੰਨਾ ਕੁ ਤਾਂ ਜਾਣਨ ਦਾ ਯਤਨ ਕੀਤਾ। ਜਿਸ ਪਾਸੇ ਵੱਲ ਮਨੁੱਖ ਨੇ ਯਤਨ ਆਰੰਭ ਦਿੱਤਾ ਹੈ ਵੀ ਆਹ ਕੰਮ ਇਵੇਂ ਹੋ ਰਿਹਾ, ਇਹਦੇ ਪਿੱਛੇ ਆਹ ਲੋ, ਆਹ ਨਿਯਮ, ਆਹ ਪ੍ਰੋਸੈਸ ਕੰਮ ਕਰ ਰਿਹਾ, ਇਸ ਢੰਗ ਨਾਲ ਇਹ ਗੱਲ ਸਿਰੇ ਚੜ੍ਹ ਰਹੀ ਹੈ, ਤਾਂ ਇਸ ਤਰ੍ਹਾਂ ਮਨੁੱਖ ਨੂੰ ਸਮਝ ਆਉਣੀ ਆਰੰਭ ਹੋ ਗਈ। ਜੰਗਲਾਂ 'ਚ ਅੱਗ ਲੱਗ ਜਾਂਦੀ ਸੀ ਪੁਰਾਣੇ ਸਮਿਆਂ ਅੰਦਰ, ਮਨੁੱਖ ਨੂੰ ਨਹੀਂ ਸੀ ਪਤਾ ਏਡੀ ਵੱਡੀ ਭਿਅੰਕਰ ਅੱਗ ਕਿਵੇਂ ਕਿਲੋਮੀਟਰਾਂ ਮੀਲਾਂ ਦੇ ਜੰਗਲ ਨੂੰ ਕਲਾਵੇ 'ਚ ਲੈ ਲੈਂਦੀ ਹੈ। ਅੱਜ ਦਾ ਮਨੁੱਖ ਜਾਣ ਚੁੱਕਿਆ ਜੰਗਲ 'ਚ ਅੱਗ ਲੱਗਣ ਦੇ ਕਾਰਨ ਕੀ ਹੁੰਦੇ ਨੇ। ਦਰਿਆਵਾਂ 'ਚ, ਨਦੀਆਂ 'ਚ ਹੜ੍ਹ ਆਉਂਦੇ ਸਨ, ਫਸਲਾਂ, ਸ਼ਹਿਰ, ਪਸ਼ੂ ਪੰਛੀ ਰੁੜ ਜਾਂਦੇ ਸਨ, ਪਿੰਡਾਂ ਦੇ ਪਿੰਡ ਤਬਾਹ ਹੁੰਦੇ ਸਨ। ਅੱਜ ਦਾ ਮਨੁੱਖ ਜਾਣਦਾ ਹੜ੍ਹ ਕਿਉਂ ਆਉਂਦੇ ਨੇ। ਤੋ ਇਹ ਕੁਝ ਆਮ ਗੱਲਾਂ ਨੇ ਜਿਹੜੀਆਂ ਮਨੁੱਖ ਨੇ ਸਮਝ ਲਈਆਂ ਨੇ, ਜਿਨ੍ਹਾਂ ਬਾਬਤ ਸਾਡੇ ਸਾਹਮਣੇ ਵਿਚਾਰ ਆ ਗਏ ਨੇ ਵੀ ਕਿਉਂ ਇਹ ਸਾਰਾ ਕੁਝ ਹੋ ਰਿਹਾ। ਕੋਈ ਰੀਜ਼ਨ, ਕੋਈ ਕਾਰਨ, ਕੋਈ ਨਿਯਮ ਇਹਦੇ ਪਿੱਛੇ ਕੰਮ ਕਰ ਰਿਹਾ। ਭਾਵ ਇਹ ਹੈ
ਵੀ ਕੁਦਰਤ ਦੀ ਕੋਈ ਵੀ ਐਸੀ ਘਟਨਾ ਨਹੀਂ ਹੈ, ਕੁਦਰਤ ਵਿੱਚ ਕੋਈ ਵੀ ਐਸਾ ਐਕਸ਼ਨ ਨਹੀਂ ਹੈ ਜਿਹਦੇ ਪਿੱਛੇ ਕੋਈ ਪ੍ਰੋਸੈਸ ਨਹੀਂ ਹੋ ਰਿਹਾ, ਕੋਈ ਸਫ਼ਰ ਨਹੀਂ ਹੋ ਰਿਹਾ, ਕੋਈ ਨਿਰੰਤਰ ਵਹਾਅ ਨਹੀਂ ਕੰਮ ਕਰ ਰਿਹਾ, ਕੋਈ ਰੂਲ ਨਿਯਮ ਜਾਂ ਹੁਕਮ ਕੰਮ ਨਹੀਂ ਕਰ ਰਿਹਾ। ਸਤਿਗੁਰੂ ਵੀ ਤਾਂ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਨੇ, ਪਰ ਮਹਾਰਾਜ ਅਗਲੀ ਪੰਕਤੀ 'ਚ ਆਖਦੇ, ਉਹ ਵੇਖੈ ਉਹ ਅਕਾਲ ਪੁਰਖ ਵਾਹਿਗੁਰੂ ਕਿਧਰੇ ਦੂਰ ਨਹੀਂ ਹੈ ਵੀ ਉਹਨੂੰ ਆਪਣਾ ਸੰਸਾਰ ਚਲਾਉਣ ਲਈ ਕਿਸੇ ਗੈਬੀ ਸ਼ਕਤੀ ਪੈਦਾ ਕਰਕੇ ਤੇ ਉਹਨੂੰ ਖਲਿਆਰਨਾ ਪਵੇ ਵੀ ਤੂੰ ਇਹ ਕੰਮ ਚਲਾਈ। ਨਹੀਂ, ਐਸੀ ਲੋੜ ਨਹੀਂ ਹੈ। ਉਹ ਵੇਖੈ, ਉਹ ਸਾਰੇ ਜਗਤ ਵਿੱਚ ਬੈਠਾ ਹੋਇਆ ਇਸ ਸੰਸਾਰ ਦੇ ਹੁਕਮ ਨੂੰ ਚਲਾ ਰਿਹਾ ਹੈ, ਭਾਵ ਹੁਕਮ ਰੂਪ ਵਿੱਚ ਉਹ ਸਭਨਾਂ ਵਿੱਚ ਵਸਿਆ ਹੋਇਆ। ਧਿਆਨ ਦਿਓ, ਹੁਕਮ ਰੂਪ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਸਾਰੀ ਕਾਇਨਾਤ ਵਿੱਚ ਆਪ ਵਸਿਆ ਹੋਇਆ ਹੈ। ਉਹ ਵੇਖੈ, ਉਹ ਸੰਭਾਲ ਕਰ ਰਿਹਾ ਜਗਤ ਦੀ, ਜਿਹਨੂੰ ਤੁਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਵਿੱਚ ਪੜ੍ਹਿਆ ਹੈ ਨਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸੈ, ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਕਿੱਡੀ ਸਾਫ਼ ਜਿਹੀ ਗੱਲ ਸਤਿਗੁਰੂ ਨੇ ਸਾਡੇ ਸਾਹਮਣੇ ਸਪਸ਼ਟ ਜਿਹੇ ਸ਼ਬਦਾਂ 'ਚ ਰੱਖ ਦਿੱਤੀ ਹੈ। ਹੁਕਮ ਰੂਪ ਵਿੱਚ ਉਹ ਮੇਰੇ ਅੰਦਰ ਵੀ ਹੈ, ਹੁਕਮ ਰੂਪ ਵਿੱਚ ਤੁਹਾਡੇ ਅੰਦਰ ਵੀ ਹੈ, ਹੁਕਮ ਰੂਪ ਵਿੱਚ ਸਾਰੀ ਕੁਦਰਤ ਵਿੱਚ ਵਸਿਆ ਹੋਇਆ ਹੈ। ਉਹਨੂੰ ਤਾਂ ਹੀ ਹੁਕਮ ਹੀ ਆਖਿਆ ਨਾ ਬਾਣੀ ਅੰਦਰ। ਤੇ ਇਹ ਵੀ ਗੱਲ ਗੁਰੂ ਅਰਜਨ ਸਾਹਿਬ ਨੇ ਆਖੀ, ਉਹਨੇ ਭੇਦ ਪਾ ਲਿਆ ਜਿਸ ਨੇ ਹੁਕਮ ਨੂੰ ਜਾਣ ਲਿਆ। ਕਹੋ ਨਾਨਕ ਜਿਨ ਹੁਕਮ ਪਛਾਤਾ, ਜਿਸ ਨੇ ਹੁਕਮ ਵਾਲੀ ਇਸ ਵਿਚਾਰ ਨੂੰ ਪਛਾਣ ਲਿਆ ਹੈ ਨਾ, ਇਹਦੇ ਬਾਬਤ ਕੁਝ ਨਾ ਕੁਝ ਉਸਨੇ ਆਪਣੇ ਮਨ ਅੰਦਰ ਭੇਤ ਪਾ ਲਿਆ। ਉਸਨੇ ਸਮਝੋ ਪ੍ਰਭੂ ਦਾ ਭੇਤ ਵੀ ਪਾ ਲਿਆ, ਉਸਨੇ ਕਾਦਰ ਦਾ ਭੇਤ ਪਾ ਲਿਆ, ਉਸਨੇ ਸਿਰਜਣਹਾਰ ਦਾ ਭੇਤ ਪਾ ਲਿਆ। ਹਜ਼ੂਰ ਕਹਿੰਦੇ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆਂ ਆਖਦੇ ਨੇ, ਉਹ ਵੇਖੈ, ਉਹ ਸਾਰੇ ਜਗਤ ਵਿੱਚ ਬੈਠਾ ਹੈ, ਹੁਕਮ ਰੂਪ ਵਿੱਚ ਸਾਰੀ ਸੰਸਾਰ ਨੂੰ ਚਲਾ ਰਿਹਾ, ਪਰ ਉਹਨਾਂ ਨਜ਼ਰ ਨਾ ਆਵੇ। ਕਿੱਡੀ ਅਜੀਬ ਬਾਤ ਹੈ। ਸਾਨੂੰ ਉਹ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਅਸੀਂ ਕੁਦਰਤ ਦੇ ਨੇੜੇ ਨਹੀਂ ਹੋ ਰਹੇ, ਕਿਉਂਕਿ ਅਸੀਂ ਇਹ ਹੁਕਮ ਵਾਲੀ ਸੱਤਾ ਨੂੰ ਮਹਿਸੂਸ ਨਹੀਂ ਕਰ ਰਹੇ। ਇਸ ਕਰਕੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਵੀ ਉਹ ਵਾਹਿਗੁਰੂ ਅਕਾਲ ਪੁਰਖ ਹੁਕਮ ਰੂਪ ਵਿੱਚ ਸਾਰੇ ਜਗਤ ਵਿੱਚ ਹੈ। ਅਸੀਂ ਕਿਸੇ ਵੀ ਘਟਨਾ ਨੂੰ ਕਿਸੇ ਵੀ ਗੈਬੀ ਤਾਕਤ ਨਾਲ ਨਾਂ ਦੇ ਦਿੰਦੇ ਹਾਂ। ਔਰ ਮੈਂ ਇਹ ਗੱਲ ਤੁਹਾਡੇ ਨਾਲ ਜ਼ਰੂਰੀ ਸਾਂਝੀ ਕਰ ਲਵਾਂ ਚੱਲਦੇ ਹੋਏ ਇਸ ਵਿਸ਼ੇ ਦੇ ਵਿੱਚ, ਵੀ ਕੇਵਲ ਇਹਨਾਂ ਤਿੰਨ ਦੇਵਾਂ ਦੀ ਗੱਲ ਹੀ ਥੋੜ੍ਹੀ ਹੈ। ਆਮ ਸੰਸਾਰ ਵਿੱਚ ਤੁਸੀਂ ਵਿਚਰ ਕੇ ਵੇਖੋ, ਕੋਈ ਕਿਸੇ ਥਾਂ ਦੀ ਪੂਜਾ ਕਰ ਰਿਹਾ, ਕੋਈ ਕਿਸੇ ਮੜੀ ਦੀ, ਮਟੀ ਦੀ, ਕਬਰ ਦੀ, ਸਰੀਰ ਦੀ, ਕਿਸੇ ਜਗ੍ਹਾ ਤੇ ਜਾ ਰਿਹਾ। ਇਹ ਸਾਰਾ ਕੁਝ ਪਤਾ ਕਿਉਂ ਹੈ? ਤੁਸੀਂ ਪੁੱਛੋ ਕਿਉਂ? ਕਹਿੰਦੇ ਜੀ ਸਾਨੂੰ ਤਾਂ ਸਾਰਾ ਕੁਝ ਮਿਲ ਹੀ ਇੱਥੋਂ ਰਿਹਾ, ਮੈਨੂੰ ਤੰਦਰੁਸਤੀ ਇਸ ਤੋਂ ਮਿਲੀ ਹੈ, ਮੈਨੂੰ ਆਹ ਦਾਤ ਧੀਆਂ ਪੁੱਤਰਾਂ ਦੀ ਇੱਥੋਂ ਮਿਲੀ ਹੈ, ਮੈਨੂੰ ਅਮੀਰੀ ਦੀ ਦਾਤ ਇੱਥੋਂ ਮਿਲੀ, ਮੈਨੂੰ ਨੌਕਰੀ ਦੀ ਦਾਤ ਇੱਥੋਂ ਮਿਲੀ, ਮੇਰੀ ਜ਼ਿੰਦਗੀ ਇੱਥੋਂ ਵੱਧ ਗਈ, ਮੈਨੂੰ ਆਹ ਚੀਜ਼ ਇੱਥੋਂ ਮਿਲੀ, ਆਹ ਚੀਜ਼ ਇੱਥੋਂ ਮਿਲੀ। ਹਰ ਬੰਦਾ ਇਸ ਭਰਮ ਵਿੱਚ ਹੈ ਵੀ ਆਹ ਉਹ ਥਾਂ ਹੈ ਜਿੱਥੋਂ ਸਭ ਦਾਤਾਂ ਮੈਨੂੰ ਉਤਪੰਨ ਹੋ ਕੇ ਪ੍ਰਾਪਤ ਹੋ ਰਹੀਆਂ ਹਨ। ਪ੍ਰਸ਼ਨ ਹੈ, ਤੁਸੀਂ ਜਗਤ ਵਿੱਚ ਹੱਥ ਮਾਰ ਕੇ ਉੱਚੇ ਚੜ੍ਹ ਕੇ ਦੇਖੋ, ਹਰ ਬੰਦਾ ਕਿਤੇ ਨਾ ਕਿਤੇ ਆਪਣੀਆਂ ਦਾਤਾਂ ਦਾ ਸੋਰਸ ਦੱਸ ਰਿਹਾ। ਹਰ ਬੰਦਾ ਕਿਤੇ ਨਾ ਕਿਤੇ ਹਰ ਚੀਜ਼ ਜਿੱਥੋਂ ਮੈਨੂੰ ਮਿਲ ਰਹੀ ਹੈ, ਉਹ ਕਿਸੇ ਨਾ ਕਿਸੇ ਚੀਜ਼ ਨੂੰ, ਸੰਸਾਰ ਦੀ ਨਾਸ਼ਵੰਤ ਚੀਜ਼ ਨੂੰ ਮਾਨਤਾ ਦੇ ਰਿਹਾ। ਪਰ ਸੱਚੀ ਬਾਤ ਹੈ, ਗੁਰੂ ਨੇ ਤਾਂ ਬਾਣੀ 'ਚ ਇੱਕੋ ਹੀ ਗੱਲ ਆਖੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵੇ ਅਗੰਤ ਪਰੇ ਭੰਡਾਰ। ਮਨੁੱਖ ਨੂੰ ਜੋ ਮਿਲਦਾ ਹੈ, ਮੰਨ ਲਵੋ ਕਿਸੇ ਪਈ ਹੋਈ 2-4 ਇੱਟਾਂ ਦੇ ਢੇਰ ਉੱਤੇ, ਮਿੱਟੀ ਦੇ ਢੇਰ ਉੱਤੇ ਜਾ ਕੇ ਮੈਂ ਹੱਥ ਜੋੜ ਕੇ ਆਖਾਂ, ਕਾਸ਼ ਕਿਤੇ ਮੇਰੇ ਮਨ ਦੀ ਇਹ ਲੋੜ ਪੂਰੀ ਹੋ ਜਾਏ। ਅਗਰ ਸਬੱਬ ਵਸ ਪੂਰੀ ਹੋ ਗਈ ਤਾਂ ਮੇਰਾ ਖਿਆਲ ਬਾਰ-ਬਾਰ ਮੇਰੇ ਮਨ 'ਚ ਆਉਣਾ, ਉਸ ਮਿੱਟੀ ਦੇ ਢੇਰ ਉੱਤੇ ਜਾ ਕੇ ਮੈਂ ਇਹ ਗੱਲ ਕਹੀ ਸੀ, ਉੱਥੇ ਕੋਈ ਖਾਸ ਚੀਜ਼ ਹੈ, ਮੇਰੇ ਮਨ ਦੀ ਇਹ ਗੱਲ ਪੂਰੀ ਹੋ ਗਈ। ਹੋਈ ਤਾਂ ਸਬੱਬ ਵਾਸਤੇ। ਕੁਦਰਤ ਵਿੱਚ ਬੜਾ ਕੁਝ ਮਨੁੱਖ ਨੂੰ ਜ਼ਿੰਦਗੀ 'ਚ ਮਿਲਦਾ, ਬੜਾ ਕੁਝ ਗਵਾਚਦਾ, ਨਫੇ ਘਾਟੇ ਸਭ ਕੁਝ ਜ਼ਿੰਦਗੀ ਦਾ ਹਿੱਸਾ ਨੇ। ਅਗਰ ਮਿਲ ਗਈ, ਸਬੱਬ ਵਸ ਕੁਦਰਤੀ ਨੈਚੁਰਲ ਹੈ, ਮਿਲ ਰਿਹਾ, ਤਾਂ ਮੇਰੇ ਮਨ ਅੰਦਰ ਇਹ ਖਿਆਲ ਨਹੀਂ ਆਉਣਾ ਵੀ ਕੁਦਰਤ ਹੈ। ਮੇਰੇ ਮਨ ਅੰਦਰ ਇਹ ਖਿਆਲ ਆਉਣਾ ਵੀ ਉਸ ਮਿੱਟੀ ਦੇ ਢੇਰ ਉੱਤੇ ਕੋਈ ਖਾਸ ਗੱਲ ਹੈ, ਉੱਥੇ ਕੋਈ ਗੈਬੀ ਤਾਕਤ ਹੈ, ਤਾਂ ਮੈਂ ਉਸ ਨੂੰ ਪੂਜਾਂਗਾ। ਮੇਰੇ ਵਿਸ਼ਵਾਸ ਤੇ ਖਿਆਲ ਵੱਲ ਵੇਖ ਕੇ ਦੂਸਰਾ, ਤੀਸਰਾ, ਚੌਥਾ ਸਬੱਬ ਵਸ 4-5 ਨੂੰ ਮਿਲੇਗਾ, 10 ਨੂੰ ਮਿਲੇਗਾ, 20 ਦੀ ਮਨ ਦੀ ਇੱਛਾ ਪੂਰੀ ਹੋਏਗੀ। ਔਰ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਜਿਸ ਨੂੰ ਨਹੀਂ ਮਿਲੇਗਾ ਉਹ ਕਦੇ ਰੌਲਾ ਨਹੀਂ ਪਾਏਗਾ, ਉਹ ਆਖੇਗਾ ਮੇਰੇ ਭਾਗ, ਮੇਰੇ ਨਸੀਬ, ਮੇਰੀ ਕਿਸਮਤ। ਜਿਸ ਨੂੰ ਮਿਲਿਆ ਉਹ ਰੌਲਾ ਪਾਏਗਾ, ਮੈਨੂੰ ਇੱਥੋਂ ਮਿਲਿਆ। ਫਰਕ ਇਹ ਹੈ, ਬਹੁਤਾ ਸਮਾਜ ਉਸ ਰੌਲੇ ਦਾ ਸ਼ਿਕਾਰ ਹੋ ਰਿਹਾ। ਬਾਣੀ ਨੇ ਇਸ ਕਰਕੇ ਸ਼ਬਦ ਆਖੇ ਸਨ, ਦੇਖਾ ਦੇਖੀ ਸਭ ਕਰੇ।
ਦੇਖਾਂ ਦੇਖੀ, ਦੂਸਰੇ ਵੱਲ ਵੇਖ ਕੇ ਦੂਸਰਾ, ਤੀਸਰੇ ਵੱਲ ਤੀਸਰਾ, ਚੌਥਾ, ਪੰਜਵਾਂ, ਲਗਾਤਾਰ ਗਿਣਤੀ ਦੇਖਣ ਵਾਲਿਆਂ ਦੀ ਵੱਧਦੀ ਏ। ਦੇਖਾਂ ਦੇਖੀ ਸਭ ਕਰੇ, ਮਨਮੁਖ ਬੂਝ ਨਾ ਪਾਏ। ਮਨਮੁਖ ਬੰਦਾ ਸੋਝੀ ਨਹੀਂ ਰੱਖਦਾ, ਦੇਖਾ ਦੇਖੀ ਦੇ ਕਰਮ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਮਨਮੁਖ ਦੀ ਸੰਗਿਆ ਹੀ ਦਿੰਦੇ ਨੇ, ਜੋ ਦੇਖਾ ਦੇਖੀ ਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਚਲਾ ਰਹੇ ਨੇ। ਤੋ ਗੁਰੂ ਦਾਤਾਰ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆਂ ਕਹਿੰਦੇ ਨੇ, ਸਾਨੂੰ ਅਕਾਲ ਪੁਰਖ ਦੇ ਹੁਕਮ ਦੀ ਸੱਤਾ ਮਹਿਸੂਸ ਨਹੀਂ ਹੋ ਰਹੀ, ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਦਾਤੇ ਹੋਣ ਦਾ ਅਨੁਭਵ ਨਹੀਂ ਹੋ ਰਿਹਾ, ਸਾਨੂੰ ਅਕਾਲ ਪੁਰਖ ਦੀ ਵਾਹਿਦ ਇੱਕੋ ਇੱਕ ਹਸਤੀ ਦਾ ਅਨੁਭਵ ਨਹੀਂ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਸਾਨੂੰ ਸੰਸਾਰ ਦੇ ਭੁੱਲੇ ਜੀਵਾਂ ਨੂੰ ਨਜ਼ਰ ਨਹੀਂ ਆ ਰਿਹਾ, ਭਾਵ ਅਨੁਭਵ ਨਹੀਂ ਹੋ ਰਿਹਾ, ਮਹਿਸੂਸ ਨਹੀਂ ਹੋ ਰਿਹਾ। ਬਹੁਤਾ ਏ ਵਿਡਾਣ। ਦੇਖੋ ਨਾ, ਇਹ ਕਿੱਡੀ ਅਚਰਜ ਬਾਤ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਵੇਖੋ ਇਹ ਕਿੰਨੀ ਹੈਰਾਨੀ ਦੀ ਗੱਲ ਹੈ, ਇਹ ਕਿੰਨੀ ਅਚਰਜ ਦੀ ਗੱਲ ਹੈ ਵੀ ਅਸੀਂ ਇਹਨਾਂ ਗੱਲਾਂ ਨੂੰ ਮਹਿਸੂਸ ਨਹੀਂ ਕਰ, ਤਾਈਓ ਅਸੀਂ ਭਟਕੇ ਹੋਏ ਹਾਂ, ਤਾਈਓ ਗੈਬਿਸ਼ ਤਾਕਤਾਂ ਦੀ ਪੂਜਾ ਕਰਦੇ ਹਾਂ, ਤਾਈਓ ਅਸੀਂ ਦੇਵੀ ਦੇਵਤਿਆਂ ਦੇ ਚੱਕਰਾਂ ਵਿੱਚ ਹਾਂ, ਫਰਿਸ਼ਤਿਆਂ ਦੇ ਚੱਕਰਾਂ ਵਿੱਚ ਹਾਂ, ਤਾਈਓ ਅਸੀਂ ਸੰਸਾਰ ਦੀਆਂ ਨਿੱਕੀਆਂ ਨਿੱਕੀਆਂ ਮਾਮੂਲੀ ਆਪਣੇ ਹੱਥੀਂ ਬਣਾਈਆਂ ਚੀਜ਼ਾਂ ਦੀ ਪੂਜਾ ਵਿੱਚ ਖਚਤ ਹਾਂ ਪੂਰੀ ਤਰ੍ਹਾਂ ਨਾਲ। ਇਹ ਵਹਿਮ, ਇਹ ਭਰਮ, ਇਹ ਕਰਮਕਾਂਡ, ਇਹ ਅਗਿਆਨਤਾ ਦੇ ਕਰਮ, ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ, ਇਹ ਸਭ ਕੁਝ ਮਾਇਕੀ ਜੰਜਾਲ ਜਿਹੜੇ ਹਨ, ਇਹਨਾਂ ਵਿੱਚ ਅਸੀਂ ਪੂਰੀ ਤਰ੍ਹਾਂ ਨਾਲ ਫਸੇ ਹੋਏ ਹਾਂ। ਇਹ ਅਚਰਜ ਦੀ ਬਾਤ ਹੈ ਵੀ ਸਾਨੂੰ ਅਨੁਭਵ ਜਿਹੜਾ ਕੁਦਰਤ ਦੇ ਵਿੱਚ ਹੀ ਹੈ, ਅਸੀਂ ਕੁਦਰਤ ਨੂੰ ਮਹਿਸੂਸ ਨਾ ਕਰਕੇ ਕੁਦਰਤ ਦੇ ਵਿੱਚ ਵਸੇ ਕਾਦਰ ਦੇ ਹੁਕਮ ਤੋਂ ਬਿਲਕੁਲ ਅਭਿੱਜ ਹਾਂ। ਸਤਿਗੁਰੂ ਪਾਤਸ਼ਾਹ ਆਖਦੇ ਨੇ, ਆਦੇਸ਼ ਤੇ ਸੈ ਆਦੇਸ਼ ਨਮਸਕਾਰ ਹੈ ਤਿਸ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ, ਜਿਸ ਵਿੱਚ ਇਹ ਗੁਣ ਨੇ ਆਦ, ਜੋ ਸਾਰੇ ਜਗਤ ਦਾ ਮੁੱਢ ਹੈ। ਅਨੀਲ, ਜਿਹੜਾ ਅਕਾਲ ਪੁਰਖ ਵਾਹਿਗੁਰੂ ਸ਼ੁੱਧ ਰੂਪ ਹੈ, ਜਿਸ ਵਿੱਚ ਕੋਈ ਔਗਣ ਨਹੀਂ। ਜਿਸ ਬਾਬਤ ਨਾ ਬਾਣੀ ਵਿੱਚ ਬੜੀ ਪਿਆਰੀ ਗੱਲ ਕਹੀ ਹੈ ਸਤਿਗੁਰੂ ਨੇ, ਵਸੈ ਘਟਾ ਘਟ, ਕਿਉਂਕਿ ਉਹ ਵਸਦਾ ਹਰ ਇੱਕ ਦੇ ਅੰਦਰ ਹੈ। ਲੀਪ ਨਾ ਛੀਪੈ, ਉਸ ਨੂੰ ਕੋਈ ਲੇਪ ਛੇਪ ਨਹੀਂ, ਭਾਵ ਉਹ ਮੇਰੇ ਅੰਦਰ ਹੁਕਮ ਰੂਪ ਵਿੱਚ ਮੌਜੂਦ ਹੈ। ਮੈਨੂੰ ਕ੍ਰੋਧ ਆਇਆ ਤੇ ਇਹਦਾ ਮਤਲਬ ਇਹ ਨਹੀਂ ਵੀ ਉਹ ਕ੍ਰੋਧੀ ਹੈ। ਮੈਂ ਲੋਭ ਵਿੱਚ ਆ, ਉਹ ਲੋਭੀ ਨਹੀਂ ਹੋਇਆ। ਮੈਂ ਜਨਮਿਆ, ਉਹ ਨਹੀਂ ਜਨਮਿਆ। ਮੈਂ ਮਰਾਂਗਾ, ਉਹ ਨਹੀਂ ਮਰੇਗਾ। ਵਸੈ ਘਟਾ ਘਟ, ਲੀਪ ਨਾ ਛੀਪੈ, ਬੰਧਨ ਮੁਕਤਾ, ਉਹ ਸਾਰੇ ਬੰਧਨਾਂ ਤੋਂ ਮੁਕਤ ਹੈ। ਜ਼ਾਤ ਨਾ ਦੀਸੈ, ਉਹ ਕਿਸੇ ਕੈਟਾਗਰੀ ਵਿੱਚ ਬੱਝਾ ਹੋਇਆ ਨਹੀਂ, ਉਹ ਕਿਸੇ ਸ਼੍ਰੇਣੀ ਵਿੱਚ ਨਹੀਂ ਬੱਝਾ ਹੋਇਆ। ਉਹ ਸਭਨਾਂ ਦੇ ਵਿੱਚ ਹੁਕਮ ਰੂਪ ਵਿੱਚ ਜਿਉਂ ਦਾ ਤਿਉਂ ਵਸਿਆ ਹੋਇਆ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਕਿ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਇਸ ਕਰਕੇ ਗੁਰੂਦੇਵ ਕਹਿੰਦੇ ਆਦ ਅਨੀਲ ਅਨਾਦ। ਅਨਾਦ ਦਾ ਅਰਥ ਹੁੰਦਾ ਜਿਹੜਾ ਸਾਰੇ ਜਗਤ ਨੂੰ ਪੈਦਾ ਤੇ ਕਰਦਾ ਹੈ, ਪਰ ਉਹਦਾ ਆਪਣਾ ਆਦ ਕੋਈ ਨਹੀਂ, ਉਹਦੀ ਆਪਣੀ ਸ਼ੁਰੂਆਤ, ਉਹਦਾ ਆਪਣਾ ਆਰੰਭ, ਉਹਦਾ ਆਪਣਾ ਆਦ ਕੋਈ ਨਹੀਂ। ਉਹ ਅਨਾਦੀ ਹੈ, ਇਸ ਕਰਕੇ ਉਹਨੂੰ ਅਨਾਦੀ ਕਿਹਾ ਗਿਆ। ਅਨਾਹਤ, ਜਿਹੜਾ ਨਾਸ਼ ਨਹੀਂ ਹੁੰਦਾ, ਜਿਹੜਾ ਖਤਮ ਨਹੀਂ ਹੁੰਦਾ, ਜਿਹੜਾ ਮੁੱਕਦਾ ਨਹੀਂ, ਜਿਸ ਦਾ ਐਂਡ ਨਹੀਂ, ਜਿਸ ਦੀ ਸਮਾਪਤੀ ਨਹੀਂ। ਜੋ ਸੰਸਾਰ ਦੀਆਂ ਜਿਤਨੀਆਂ ਵੀ ਹਸਤੀਆਂ ਹਨ ਜਿਨ੍ਹਾਂ ਦੀ ਪੂਜਾ ਮਨੁੱਖ ਕਰਦਾ ਹੈ, ਇਹ ਸਭ ਪੈਦਾ ਹੁੰਦੀਆਂ ਨੇ, ਸਮਾਂ ਪਾ ਕੇ ਖਤਮ ਹੁੰਦੀਆਂ ਨੇ, ਕਿਉਂਕਿ ਸਮੇਂ ਦੇ ਚੱਕਰ ਵਿੱਚ ਹਰ ਚੀਜ਼ ਜਿਹੜੀ ਉਹ ਬੱਝੀ ਹੋਈ ਹੈ। ਸਮਾਂ ਸਭ ਤੋਂ ਉੱਪਰ ਹੈ। ਸਮੇਂ ਦੇ ਵਹਾਅ ਦੇ ਵਿੱਚ ਨਾ ਕੋਈ ਦੁਨੀਆ ਦਾ ਪੀਰ ਰਿਹਾ, ਨਾ ਪੈਗੰਬਰ ਰਿਹਾ, ਨਾ ਗੁਰੂ ਰਿਹਾ, ਨਾ ਅਵਤਾਰ ਰਿਹਾ। ਉਹਨਾਂ ਦੀਆਂ ਚੰਗਿਆਈਆਂ ਤੋਂ ਅਸੀਂ ਸੇਧਾਂ ਲੈਣੀਆਂ ਨੇ, ਉਹਨਾਂ ਦੇ ਸਤਿਕਾਰ ਤੇ ਰਿਸਪੈਕਟ ਮਨੁੱਖ ਆਪਣੇ ਮਨ ਅੰਦਰ ਰੱਖਦਾ ਹੈ। ਪਰ ਸੱਚੀ ਬਾਤ ਤਾਂ ਇਹ ਹੈ, ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਅਨਾਦ ਕੇਵਲ ਇੱਕੋ ਹੀ ਹੈ, ਅਕਾਲ ਕੇਵਲ ਇੱਕੋ ਹੀ ਹੈ, ਜੋ ਨਾਸ਼ ਨਹੀਂ ਹੁੰਦਾ, ਉਹ ਕੇਵਲ ਇੱਕੋ ਹੀ ਸੱਤਾ ਹੈ, ਜਿਹਦੇ ਉੱਤੇ ਸਮਾਂ ਦਾ ਪ੍ਰਭਾਵ ਨਹੀਂ ਪੈਂਦਾ। ਆਪ ਜੀ ਨੇ ਮੰਗਲਾਚਰਨ ਵਿੱਚੋਂ ਪੜ੍ਹਿਆ, ਅਕਾਲ ਮੂਰਤ, ਉਹਦਾ ਸਰੂਪ, ਉਹਦੀ ਹਸਤੀ ਅਕਾਲ ਪੁਰਖ ਦੀ ਜਿਹੜੀ ਹੈ ਉਹ ਅਕਾਲ ਹੈ। ਕਾਲ ਭਾਵ ਸਮੇਂ ਤੋਂ ਮੁਕਤ ਹੈ, ਸਮੇਂ ਦੀ ਬੰਦਿਸ਼ ਵਿੱਚ ਨਹੀਂ ਹੈ। ਇਸ ਕਰਕੇ ਗੁਰੂਦੇਵ ਨੇ ਸ਼ਬਦ ਵਰਤੇ ਸਨ ਸ਼ਲੋਕ ਵਿੱਚ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੋ ਜਿਸ ਦਾ ਸਿਰ ਕੋਈ ਕੱਟ ਦੇਵੇ ਉਹ ਅਨਾਦੀ ਨਹੀਂ ਹੋ ਸਕਦਾ, ਉਹ ਅਕਾਲ ਨਹੀਂ ਹੋ ਸਕਦਾ, ਉਹ ਕਾਲ ਦੇ ਵਸ ਹੈ। ਗੌਰ ਕਰਨਾ। ਇਸ ਕਰਕੇ ਉਸ ਨੂੰ ਕੋਈ ਅਗਰ ਰੱਬ ਮੰਨਦਾ ਹੈ ਵੀ ਇਹ ਰੱਬ ਹੈ ਤਾਂ ਇਹ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਸ੍ਰਿਸ਼ਟੀ ਨੂੰ ਚਲਾ ਰਿਹਾ, ਤਾਂ ਇਹ ਭਰਮ ਹੈ ਮਨੁੱਖ ਦੇ ਮਨ ਦਾ। ਗਰੀਬ ਨਵਾਜ ਪਾਤਸ਼ਾਹ ਨੇ ਇਹੀ ਸਾਨੂੰ ਗੱਲ ਸਮਝਾਈ ਹੈ। ਗੁਰੂ ਸਾਹਿਬਾਂ ਦੇ ਜੀਵਨ ਦੀ ਬੜੀ ਮਹਾਨ ਬਾਤ ਇੱਕ ਇਹ ਹੈ, ਹਜ਼ੂਰ ਨੇ ਤਾਂ ਹਰ ਗੱਲ ਵਿੱਚ ਸਾਨੂੰ ਇੱਕ ਰੱਬ ਨਾਲ ਹੀ ਜੁੜਨ ਦਾ ਸੁਨੇਹਾ ਦਿੱਤਾ ਹੈ, ਔਰ ਆਪ
ਮਹਾਨ ਹੁੰਦਿਆਂ ਹੋਇਆਂ ਵੀ, ਆਪ ਏਡੇ ਉਚੇਰੇ ਜੀਵਨ ਦੇ ਮਾਲਕ ਹੁੰਦਿਆਂ ਹੋਇਆਂ ਵੀ ਸਾਡੇ ਬਰਾਬਰ ਖਲੋ ਕੇ ਨਾਅਰਾ ਦਿੰਦੇ ਨੇ, ਏਕ ਪਿਤਾ ਏਕ ਅਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਕੈਸਾ ਪਿਆਰ ਹੈ, ਕੈਸੀ ਆਪਣਤ ਹੈ ਸਤਿਗੁਰੂ ਦੀ ਸਾਡੇ ਸੰਸਾਰ ਦੇ ਸਾਰੇ ਜੀਵਾਂ ਦੇ ਨਾਲ ਇੱਕੋ ਜਿਹੀ, ਇਹ ਕਿਧਰੇ ਦੇਖਣ ਨੂੰ ਨਹੀਂ ਮਿਲੇਗੀ। ਇਹੀ ਉਹਨਾਂ ਦੀ ਵਡੱਪਣ ਹੈ, ਇਹੀ ਉਹਨਾਂ ਦੀ ਵਡਿਆਈ, ਇਹੀ ਉਹਨਾਂ ਦੀ ਮਹੱਤਤਾ ਤੇ ਮਹਾਨਤਾ ਹੈ। ਇਸੇ ਕਰਕੇ ਤੇ ਸਾਡੇ ਜੀਵਾਂ ਦੇ ਸਿਰ ਉਹਨਾਂ ਦੀ ਮਹਾਨ ਕਰਨੀ ਅੱਗੇ ਝੁਕ ਜਾਂਦੇ ਨੇ। ਤੋ ਸਤਿਗੁਰੂ ਕਹਿੰਦੇ ਅਨਾਹਤੁ ਅਕਾਲ ਪੁਰਖ ਵਾਹਿਗੁਰੂ ਕਦੇ ਨਾਸ਼ ਨਹੀਂ ਹੁੰਦਾ, ਕਦੇ ਖਤਮ ਨਹੀਂ ਹੁੰਦਾ, ਜੁਗ ਜੁਗ ਏਕੋ ਵੇਸ। ਹਰ ਸਮੇਂ ਵਿੱਚ ਭਾਵੇਂ ਉਹ ਬੀਤ ਗਏ ਸਮੇਂ ਦੀ ਗੱਲ ਏ, ਭਾਵੇਂ ਅੱਜ ਦੇ ਸਮੇਂ ਦੀ ਗੱਲ ਏ, ਭਾਵੇਂ ਆਉਣ ਵਾਲੇ ਸਮੇਂ ਦੀ ਗੱਲ ਏ, ਹਰ ਸਮੇਂ ਵਿੱਚ ਉਸ ਵਾਹਿਗੁਰੂ ਦੀ ਹਸਤੀ ਇੱਕੋ ਜਿਹੀ ਰਹਿੰਦੀ ਹੈ। ਬਾਕੀ ਬਹੁਤ ਕੁਝ ਬਦਲਦਾ ਸਮੇਂ ਦੇ ਨਾਲ। ਘਟੰਤ ਰੂਪੰ ਘਟੰਤ ਦੀਪੰ ਘਟੰਤ ਰਵ ਸਸਿਰ ਨਖਯਤਰ ਗਗਨੰ ਘਟੰਤ ਬਸੁਦਾ ਗਿਰਤਰ ਸ਼ਿਖੰਡੰ ਘਟੰਤ ਲਲਨਾ ਸੁਤ ਪ੍ਰਹਾਤ ਹੀਤੰ। ਪਰ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨਹਿ ਘਟੰਤ ਕੇਵਲ ਗੋਪਾਲ ਅਚੁੱਤ। ਸਤਿਗੁਰੂ ਕਹਿੰਦੇ ਅਗਰ ਨਹੀਂ ਕੁਝ ਘਟਦਾ, ਨਹੀਂ ਕੁਝ ਬਦਲਦਾ, ਨਹੀਂ ਕੁਝ ਸਮੇਂ ਨਾਲ ਤਬਦੀਲ ਹੁੰਦਾ, ਤਾਂ ਉਹ ਅਕਾਲ ਪੁਰਖ ਦੀ ਇੱਕੋ ਇੱਕ ਵਾਹਿਦ ਹਸਤੀ ਹੈ। ਬਾਕੀ ਸਮੇਂ ਨਾਲ ਬਦਲਦਾ, ਤਬਦੀਲ ਹੁੰਦਾ, ਚੇਂਜ ਹੁੰਦਾ, ਇੱਕੋ ਜਿਹਾ ਨਹੀਂ ਰਹਿੰਦਾ। ਬਸ ਉਹੀ ਇੱਕੋ ਜਿਹਾ ਰਹਿੰਦਾ, ਜੁਗ ਜੁਗ ਏਕੋ ਵੇਸ। ਸਤਿਗੁਰੂ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਨ। ਆਪ ਜੀ ਨੇ 30 ਪੌੜੀਆਂ ਦਾ ਪਾਠ, ਵਿਚਾਰ, ਵਿਆਖਿਆ ਬੜੇ ਅਦਬ ਸਹਿਤ ਸ਼ਰਵਣ ਕੀਤੀ ਹੈ। ਅਗਲੇਰੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਾਂਝੀ ਕਰਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਬੜੇ ਅਦਬ ਪਿਆਰ ਸਤਿਕਾਰ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।